जुड़ बैठे गुरु की खास रूप खालसा साध संगत जीओ, सतगुरु जी की अपार रहमत है जो सानू निता प्रति किसी भी माध्यम राही साधन राही गुरु के दर ते पहुँच के गुरु की बाणी नाल जुड़न का सुभाग मिलिया है। दुनिया विच बथेरे लोग ने जिहड़े बाहर कोई फिरदा होवेगा, कोई किसी थां ते बैठा होएगा, सारियां दा समा ते गुजर ही जाना ना। समय ने अपनी चाल नाल चलदे रहना, समा कदे भी रुकदा नहीं। पर गुरसिख वास्ते लाहेवंद समा वो है जिहड़ा गुरु दी गोद अंदर, गुरु दी याद विच, गुरु दा सिमरन करदियां होइयां बतीत हो जाए। सो आप जी वडभागे हो जो सानू सारियां नू गुरु दी गोद, गुरु दी बचन, गुरु दे बचन ही गुरु दी गोद है ना। जो सतगुरु दे बचन ने, जे आपां तुरे जांदे होइए सानू गुरु दा बचन चेते आउंदा होए, इहदा मतलब आपां तां भी गुरु दी गोद विच। ये गुरु दी गोद है, गुरु दे बचन। सो सानू ਵੱਡਿਆਂ ਭਾਗਾਂ ਦੇ ਨਾਲ ਇਹ ਸੰਗਤ ਰੂਪ ਗੁਰੂ ਦੀ ਗੋਦ, ਗੁਰੂ ਦੇ ਬਚਨ ਪ੍ਰਾਪਤ ਹੋਏ ਨੇ। ਜਿਸ ਤਰ੍ਹਾਂ ਆਪ ਹਰ ਵੇਲੇ ਇਹਨਾਂ ਬਚਨਾਂ ਨੂੰ ਸੁਣਦੇ ਹੋਵੋਗੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡਿਆਂ ਭਾਗਾਂ ਦੀ ਨਿਸ਼ਾਨੀ ਆ ਤੇ ਮੈਲ ਤੋਂ ਰਹਿਤ ਹੋਣ ਦਾ ਕਰਮ ਹੈ, ਰਸਤਾ ਹੈ ਗੁਰੂ ਦੀ ਗੋਦ, ਗੁਰੂ ਦਾ ਬਚਨ। ਸੋ ਸਤਿਗੁਰੂ ਜੀ ਕਿਰਪਾ ਕਰਨ, ਅੱਜ ਦੇ ਪਾਵਨ ਮੁੱਖ ਵਾਕ ਅਤੇ ਚੱਲ ਰਹੀ ਲੜੀਵਾਰ ਸ਼ਬਦ ਦੀ ਵਿਚਾਰ ਆਪ ਜੀ ਦੀ ਸੇਵਾ ਵਿੱਚ ਰੱਖਣੀ ਆ। ਇਸ ਤੋਂ ਪਹਿਲਾਂ ਬਖਸ਼ੋ ਆਸੀਸ, ਇੱਕ ਵਾਰੀ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਤ ਸਰੇ ਮਹਲਾ ਪੰਜਵਾਂ, ਘਰ ਤੀਜਾ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬੜੀ ਕਿਰਪਾ ਸਾਡੇ ਉੱਤੇ ਕਿ ਮਨੁੱਖਤਾ ਦੇ ਭਲੇ ਦੇ ਲਈ ਸਤਿਗੁਰੂ ਜੀ ਨੇ ਇਹ ਸਾਰੀ ਪਾਵਨ ਬਾਣੀ ਦੀ ਸੰਪਾਦਨਾ ਕਰਕੇ ਸਾਡੀ ਝੋਲੀ ਦੇ ਵਿੱਚ ਪਾਈ ਆ, ਤਾਂ ਕਿ ਅਸੀਂ ਸਾਰੇ ਰਲ ਮਿਲ ਕੇ ਮਨੁੱਖ ਮਾਤਰ ਕੋਈ ਵੀ ਹੋਵੇ, ਕੱਲਾ ਸਿੱਖ ਹੀ ਨਹੀਂ, ਕਿਸੇ ਵੀ ਧਰਮ ਨਾਲ, ਜਾਤ ਪਾਤ ਨਾਲ, ਕਿੱਤੇ ਨਾਲ, ਕਿਸੇ ਖਿੱਤੇ ਦੇ ਨਾਲ ਸੰਬੰਧ ਰੱਖਦਾ ਹੋਵੇ, ਉਹ ਇਸ ਪਾਵਨ ਬਾਣੀ ਤੋਂ ਪੜ੍ਹ ਕੇ ਆਪਣੇ ਜੀਵਨ ਦਾ ਲਾਹਾ ਲੈ ਸਕਦਾ। ਅੱਜ ਦੇ ਇਹ ਪਾਵਨ ਮੁਬਾਰਕ ਬਚਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਬਾਰਕ ਅੰਗ 700 ਦੇ ਉੱਤੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਜੈਤਸਰੀ ਰਾਗ ਵਿੱਚ ਹਨ। ਸਤਿਗੁਰੂ ਜੀ ਨੇ ਮੰਗਲਾਚਰਨ ਵਜੋਂ ਛੋਟਾ ਸਰੂਪ ਮੂਲ ਮੰਤਰ ਦਾ ਦਰਜ ਕੀਤਾ। ਇੱਕ ਓੰਕਾਰ, ਪਰਮਾਤਮਾ ਇੱਕ ਆ, ਸਾਰਿਆਂ ਨੂੰ ਬਣਾਉਣ ਵਾਲਾ, ਪਾਲਣ ਵਾਲਾ, ਕਰਤਾ ਉਹ ਪੁਰਖ, ਉਹ ਨਿਰਭਉ ਜਿਹੜਾ ਨਿਰਵੈਰ ਹੈ ਜੋ ਉਹ ਰੱਬ ਜੀ ਇੱਕੋ ਹੀ ਆ। ਉਸ ਹਸਤੀ ਦੇ ਬਰਾਬਰ ਦੂਜੀ ਹੋਰ ਕੋਈ ਵੀ ਹਸਤੀ ਨਹੀਂ ਆ। ਉਹ ਇੱਕੋ ਹੀ ਹਸਤੀ ਹੈ ਜਿਹੜੀ ਸਾਰੇ ਸੰਸਾਰ ਨੂੰ ਚਲਾ ਰਹੀ ਹੈ। ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਹੁਣ ਅਸੀਂ ਉਸ ਹਸਤੀ ਤੱਕ ਕਿਵੇਂ ਪਹੁੰਚਾਂਗੇ, ਕਿਵੇਂ ਮਿਲਾਂਗੇ? ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਰਾਹੀਂ ਉਸ ਹਸਤੀ ਨੂੰ ਮਿਲਿਆ ਜਾ ਸਕਦਾ ਹੈ, ਉਸ ਹਸਤੀ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਕੋਈ ਜਾਣੈ ਕਵਨ ਇਹਾਂ ਜਗ ਮੀਤ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ, ਕੋਈ ਵਿਰਲਾ ਜਾਣਦਾ ਵੀ ਸੰਸਾਰ ਵਿੱਚ ਮਿੱਤਰ ਕੌਣ ਆ। ਕੋਈ ਜਾਣੈ ਕਵਨ, ਕੌਣ ਮਿੱਤਰ ਹੈ, ਕੋਈ ਵਿਰਲਾ ਹੀ ਜਾਣਦਾ ਹੈ। ਇਹਾਂ ਜਗ ਮੀਤ, ਇਸ ਸੰਸਾਰ ਵਿੱਚ ਮਿੱਤਰ ਕੌਣ ਹੈ? ਵੇਖੋ, ਦੁੱਖ ਹੋਵੇ, ਤਕਲੀਫ ਹੋਵੇ, ਰਸਤੇ ਤੇ ਤੁਰਨਾ ਹੋਵੇ, ਬੰਦਾ ਕੋਈ ਨਾ ਕੋਈ ਸਹਾਰਾ ਭਾਲਦਾ ਜੇ।
ਕੋਈ ਨਾ ਕੋਈ ਆਸਰਾ ਲੈ ਕੇ ਤੁਰਨਾ ਚਾਹੁੰਦਾ। ਫਿਰ ਉਹਦੇ ਵਜੋਂ ਦੋ ਰਸਤੇ ਨਿਕਲਦੇ ਨੇ ਵੀ ਇੱਕ ਮਿੱਤਰ ਬਣਾਉਂਦਾ ਆਪਣਾ। ਹੁਣ ਉਸ ਰਸਤੇ ਤੇ ਤੁਰਨ ਵਾਸਤੇ ਸਹਾਰੇ ਦੀ ਲੋੜ ਹੈ ਤੇ ਮਿੱਤਰ ਬਣਾਉਂਦਾ ਹੈ, ਤੇ ਮਿੱਤਰ ਚੰਗਾ ਵੀ ਹੋ ਸਕਦਾ ਤੇ ਮਾੜਾ ਵੀ। ਹੁਣ ਕਿਸੇ ਦੇ ਮੂੰਹ ਤੇ ਨਹੀਂ ਨਾ ਲਿਖਿਆ ਵੀ ਉਤੋਂ ਗੱਲਾਂ ਕੁਝ ਹੋਰ ਕਰਦਾ ਹੋਏ, ਅੰਦਰ ਕੀ ਪਤਾ ਉਹਦੇ ਕੀ ਭਰੇ। ਸਤਿਗੁਰੂ ਕਹਿੰਦੇ ਵੀ ਕੋਈ ਵਿਰਲਾ ਜਣਾ ਜਿਹੜਾ ਇਹ ਜਾਣਦਾ ਹੈ ਵੀ ਸਦੀਵੀ ਰਹਿਣ ਵਾਲਾ, ਸਦਾ ਸਾਡਾ ਸਾਥ ਦੇਣ ਵਾਲਾ ਮਿੱਤਰ ਕੌਣ ਆ। ਕੋਈ ਜਾਣੈ ਕਵਨ ਇਹਾਂ ਜਗ ਮੀਤ। ਇਸ ਸੰਸਾਰ ਵਿੱਚ ਸਦੀਵੀ ਮਿੱਤਰ ਕੌਣ ਹੈ? ਸਦੀਵੀ ਮਿੱਤਰ ਜਿਹੜਾ ਹਮੇਸ਼ਾ ਸਾਡੇ ਨਾਲ ਨਿਭ ਜਾਏ, ਜਿਨ੍ਹਾਂ ਨੂੰ ਅਸੀਂ ਮਿੱਤਰ ਬਣਾ ਲੈਨੇ ਆ। ਸਤਿਗੁਰੂ ਜੀ ਕਹਿੰਦੇ ਵੀ ਉਹ ਤੇ ਤੇਰਾ ਰਸਤੇ ਦੇ ਵਿੱਚ ਹੀ ਸਾਥ ਛੱਡ ਜਾਂਦੇ। ਅਸੀਂ ਤੁਰਨ ਵਾਸਤੇ ਬਣਾਇਆ ਨਾ ਮਿੱਤਰ, ਵੀ ਸਾਡਾ ਸਹਾਰਾ ਬਣੇਗਾ। ਅਸੀਂ ਆਪਣੀ ਮੰਜ਼ਿਲੇ ਮਕਸੂਦ ਤੇ ਪਹੁੰਚਣਾ ਹੈ। ਉਸ ਮੰਜ਼ਿਲ ਤੇ ਪਹੁੰਚਣ ਦੇ ਲਈ ਇਹ ਮਿੱਤਰ ਸਾਡੀ ਮਦਦ ਕਰੇਗਾ, ਔਖੇ ਵੇਲੇ ਸਾਡੇ ਕੰਮ ਆ ਜਾਏਗਾ। ਧੀਆਂ ਪੁੱਤਰ ਰਿਸ਼ਤੇਦਾਰ ਇਹ ਸਾਰੇ ਸੰਬੰਧ ਬਣਾਏ ਰੱਬ ਜੀ ਨੇ। ਆਸ ਸਾਡੀ ਇਹੀ ਹੁੰਦੀ ਆ ਵੀ ਸਾਡਾ ਸਾਥ ਦੇਣਗੇ। ਪਰ ਸਤਿਗੁਰੂ ਕਹਿੰਦੇ ਵੀ ਇੱਕ ਵੇਲਾ ਇਹੋ ਜਿਹਾ ਵੀ ਆਉਂਦਾ ਜਦੋਂ ਸਾਰੇ ਹੀ ਸਾਡਾ ਸਾਥ ਛੱਡ ਜਾਂਦੇ ਆ। ਜਾਂ ਕੋ ਮੁਸ਼ਕਿਲ ਹੱਥ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਪੀ ਭੱਜ ਖਲੇ ਖਲੇ। ਕਹਿੰਦੇ ਜਦੋਂ ਸਾਰੇ ਸਾਥ ਛੱਡ ਜਾਣ ਨਾ, ਪਰ ਇੱਕ ਆ ਜਿਹੜਾ ਤੇਰਾ ਕਦੇ ਵੀ ਸਾਥ ਨਹੀਂ ਛੱਡਦਾ, ਸਦੀਵੀ ਤੇਰੇ ਨਾਲ ਰਹਿਣ ਵਾਲਾ, ਪਰਛਾਵਾਂ ਬਣ ਕੇ ਤੁਰਦਾ ਤੇਰੇ ਨਾਲ, ਜੇ ਤੈਨੂੰ ਸਮਝ ਹੋਵੇ। ਕਹਿੰਦੇ ਜਿੱਥੇ ਸਾਰੇ ਸਾਥ ਛੱਡ ਜਾਣ, ਕੋਈ ਨਾਲ ਚੱਲਣ ਵਾਸਤੇ ਤਿਆਰ ਨਾ ਹੋਵੇ, ਉੱਥੇ ਇੱਕੋ ਇੱਕ ਰੱਬ ਹੈ, ਪਿਆਰਾ ਹੈ, ਗੁਰੂ ਹੈ, ਜਿਹੜਾ ਤੇਰੇ ਨਾਲ ਤੁਰਦਾ ਆ। ਲਾਗੂ ਹੋਏ ਦੁਸ਼ਮਣਾ ਸਾਖ ਪੀ ਭੱਜ ਖਲੇ, ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ। ਉਹ ਮਾਲਕ ਚੇਤੇ ਆਵੇ ਤੇ ਮੁਸੀਬਤ ਤੋਂ ਵੀ ਤੂੰ ਨਿਜਾਤ ਪਾ ਸਕਦਾ ਹੈ। ਬੇਨਤੀ ਕਰਾਂ, ਨਾਵੇਂ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦਰ ਤੇ ਆਪ ਜੀ ਬੈਠੇ ਹੋ। ਵੇਖੋ, ਜਿਨ੍ਹਾਂ ਨੂੰ ਮਿੱਤਰ ਬਣਾਇਆ ਸੀ ਨਾ, ਕੋਈ ਬੋੜਿਆ ਸਾਥ ਨਹੀਂ ਕਿਸੇ ਨੇ ਦਿੱਤਾ। ਜਦੋਂ ਔਰੰਗਜ਼ੇਬ ਦੀ ਤਲਵਾਰ ਚੱਲੀ ਨਾ, ਕੋਈ ਮਿੱਤਰ ਕੰਮ ਨਹੀਂ ਆਇਆ, ਕਿਸੇ ਨੇ ਆ ਕੇ ਬਾਹ ਨਹੀਂ ਫੜੀ। ਫਿਰ ਸਲਾਹ ਦਿੱਤੀ ਕਿਰਪਾ ਰਾਮ ਨੇ ਵੀ ਇੱਕ ਮਿੱਤਰ ਹੈ ਜਿਹੜਾ ਕਦੇ ਵੀ ਸਾਥ ਨਹੀਂ ਛੱਡਦਾ, ਜੋ ਕਹਿ ਦਿੰਦਾ ਨਾ ਉਹ ਪੂਰਾ ਕਰਕੇ ਵਿਖਾਉਂਦਾ। ਇੱਕੋ ਇੱਕ ਮਿੱਤਰ ਹੈ ਇਸ ਦੁਨੀਆ ਦੇ ਵਿੱਚ, ਮੈਨੂੰ ਹੋਰ ਦੂਜਾ ਕੋਈ ਨਜ਼ਰ ਹੀ ਨਹੀਂ ਪੈਂਦਾ। ਪੁੱਛਿਆ ਕੌਣ ਹੈ? ਸਾਡੇ ਤੇ ਵੱਡੇ ਵਡੇਰੇ, ਸਾਡੇ ਵੱਡੇ ਵੱਡੇ ਯੋਧੇ, ਸਾਡੇ ਅਸੀਂ ਜਿਨ੍ਹਾਂ ਨੂੰ ਰੱਬ ਬਣਾ ਕੇ ਪੂਜਿਆ, ਕਿਸੇ ਨੇ ਸਾਡੀ ਬਹੋੜੀ ਨਹੀਂ ਕੀਤੀ, ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ। ਹੁਣ ਤੁਸੀਂ ਦੱਸੋ, ਤੁਸੀਂ ਆਂਦੇ ਹੋ ਵੀ ਇੱਕ ਹੈ ਜਿਹੜਾ ਆਂਦਾ ਵੀ ਬਾਹਾਂ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ, ਬਾਹ ਨਾ ਛੋੜੀ ਹੈ। ਤੁਸੀਂ ਹੁਣ ਦੱਸੋ ਵੀ ਉਹ ਰਸਤਾ ਵੀ ਤੇ ਦੱਸੋ ਨਾ, ਕੌਣ ਹੈ, ਉਹਦਾ ਨਾਮ ਵੀ ਤੇ ਦੱਸੋ, ਸਾਨੂੰ ਲੈ ਕੇ ਵੀ ਤੇ ਚਲੋ। ਤੇ ਕਹਿਣ ਲੱਗੇ ਉਹ ਆਨੰਦਪੁਰ ਦੀ ਧਰਤੀ ਦਾ ਵਾਸੀ, ਗੁਰੂ ਨਾਨਕ ਦੀ ਨਵੀਂ ਜੋਤ, ਉਹ ਹਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ। ਉਹਨਾਂ ਦਾ ਪੱਲਾ ਫੜ ਲਓ, ਜੇ ਉਹਨਾਂ ਨੂੰ ਮਿੱਤਰ ਬਣਾ ਲਓਗੇ, ਸੱਚ ਜਾਣਿਓ ਅਖੀਰਲੇ ਵੇਲੇ ਜਦੋਂ ਸਾਰੇ ਸਾਥ ਛੱਡ ਗਏ ਨਾ ਮੁਸ਼ਕਲ ਬਣਨ ਤੇ, ਉਹ ਸਾਥ ਨਹੀਂ ਛੱਡਣਗੇ, ਉਹ ਆਪਣਾ ਸਿਰ ਦੇ ਦੇਣਗੇ, ਪਰ ਸਾਥ ਜ਼ਰੂਰ ਨਿਭਾਉਣਗੇ। ਦਲ ਇਕੱਠਾ ਹੋਇਆ, ਕਿਰਪਾ ਰਾਮ ਜੀ ਰਸਤਾ ਤੁਸੀਂ ਦੱਸਿਆ, ਅਗਵਾਈ ਵੀ ਤੁਸੀਂ ਕਰੋਗੇ। ਕਿਰਪਾ ਰਾਮ ਨਾਲ ਚੱਲ ਕੇ ਇਹ ਦਲ ਪਹੁੰਚਦਾ ਹੈ ਅਨੰਦਪੁਰ ਸਾਹਿਬ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਸਹਾਰਾ ਦਿੰਦੇ ਨੇ। ਜੇ ਮਿੱਤਰ ਜਾਣ ਕੇ ਆਏ ਹੋ ਨਾ, ਜੇ ਭਰੋਸਾ ਕਰਕੇ ਆਏ ਹੋ, ਯਕੀਨ ਕਰਕੇ ਆਏ ਹੋ, ਤੇ ਜਾਓ ਫਿਰ ਔਰੰਗਜ਼ੇਬ ਨੂੰ ਕਹਿ ਦਿਓ, ਜੇ ਗੁਰੂ ਤੇਗ ਬਹਾਦਰ ਤੁਹਾਡੇ ਨਾਲ ਸਹਿਮਤ ਹੋ ਜਾਣ ਤਾਂ ਆਪਾਂ ਸਾਰੇ ਹੀ ਸਹਿਮਤ ਹੋ ਜਾਵਾਂਗੇ, ਇਸਲਾਮ ਕਬੂਲ ਕਰ ਲਵਾਂਗੇ, ਮੋਟੇ ਜਿਹੇ ਸ਼ਬਦਾਂ ਵਿੱਚ। ਹੁਣ ਗ੍ਰਿਫਤਾਰੀ ਦਾ ਹੁਕਮ ਹੋਇਆ ਤੇ ਨੌਵੇਂ ਪਾਤਸ਼ਾਹ ਜਦੋਂ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਬੈਠੇ ਨੇ ਨਾ, ਤੇ 3 ਸਿੱਖ ਨੇ ਨਾਲ, ਸਾਰੇ ਜਾਣਦੇ ਹੋ, ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ। ਹੁਣ ਮੈਂ ਮਿੱਤਰਤਾ ਦੀ ਗੱਲ ਕਰਨ ਲੱਗਾ ਤੁਹਾਡੇ ਨਾਲ। ਸਤਿਗੁਰੂ ਦੀ ਪਾਵਨ ਬਾਣੀ ਦਾ ਬਚਨ ਹੈ। ਭਾਈ ਮਤੀ ਦਾਸ ਨੂੰ ਜਦੋਂ ਸਾਹਮਣੇ ਬਿਠਾਇਆ ਗਿਆ ਨਾ,
ਤੇ ਭਾਈ ਮਤੀ ਦਾਸ ਨੂੰ ਕਿਹਾ ਗਿਆ ਵੀ ਗੁਰੂ ਦਾ ਸਾਥ ਛੱਡ ਦੇ, ਸਾਡੀ ਗੱਲ ਮੰਨ ਲੈ, ਜ਼ਿੰਦਗੀ ਬਚ ਜਾਏਗੀ, ਕਸ਼ਟਾਂ ਤੋਂ ਬਚ ਜਾਏਗਾ, ਦੁੱਖਾਂ ਤੋਂ ਬਚ ਜਾਏਗਾ, ਜੀਵਨ ਵਧੀਆ ਬਣ ਜਾਏਗਾ। ਪਰ ਉਸ ਪਿਆਰੇ ਦਾ ਜਵਾਬ ਸੀ, ਕਹਿੰਦਾ ਗੁਰੂ ਤੋਂ ਵਿਛੜ ਕੇ ਤੇ ਵੈਸੇ ਹੀ ਮੌਤ ਆ। ਗੁਰੂ ਤੋਂ ਵਿਛੜ ਜਾਣਾ ਤੇ ਵੈਸੇ ਹੀ ਮੌਤ ਆ। ਭਲਾ ਜਿਹੜਾ ਫੁੱਲ ਆ ਉਹ ਟਾਹਣੀ ਨਾਲ ਲੱਗਾ ਹੋਏ ਜਿਉਂਦਾ ਤੇ ਉਦੋਂ ਤੱਕ ਹੀ ਆ ਨਾ ਜਦੋਂ ਤੱਕ ਟਾਹਣੀ ਨਾਲ ਆਪਣੇ ਅਸਲੇ ਨਾਲ ਲਗਾਏ। ਮੇਰਾ ਤੇ ਅਸਲਾ ਹੀ ਗੁਰੂ ਆ। ਬਾਬਾ ਕਬੀਰ ਜੀ ਨੂੰ ਪੁੱਛੋ, ਕਹਿੰਦੇ ਵੀ ਸਮੁੰਦਰ ਨਾ ਉਹਦੇ ਵਿੱਚ ਲਹਿਰਾਂ ਵੀ ਉੱਠਦੀਆਂ ਨੇ, ਉਹ ਸਮੁੰਦਰ ਦੀਆਂ ਲਹਿਰਾਂ ਜਿਹੜੀਆਂ ਨੇ ਹੈ ਤੇ ਸਮੁੰਦਰ ਦਾ ਹੀ ਹਿੱਸਾ, ਸਮੁੰਦਰ ਦੇ ਵਿੱਚੋਂ ਉੱਠੀਆਂ ਨੇ। ਹੁਣ ਸ਼ੰਖ ਸਮੁੰਦਰ ਵਿੱਚ ਸੀ, ਜੁੜਿਆ ਸੀ ਅਸਲੇ ਦੇ ਨਾਲ ਤੇ ਚੰਗਾ ਭਲਾ ਸੀ, ਪਰ ਜਦੋਂ ਉਹ ਲਹਿਰਾਂ ਦੇ ਉੱਤੇ ਖੇਡਣਾ ਸ਼ੁਰੂ ਕਰਦਾ ਹੈ, ਲਹਿਰਾਂ ਦੇ ਵੱਸ ਪੈਂਦਾ ਤੇ ਲਹਿਰ ਫਿਰ ਕੀ ਕਰਦੀ ਹੈ, ਚੁੱਕ ਕੇ ਉਹਨੂੰ ਬਾਹਰ ਸੁੱਟ ਦਿੰਦੀ ਹੈ। ਫਿਰ ਸ਼ੰਖ ਉਹੀ ਹੈ, ਉਹਨੂੰ ਫੜਿਆ ਮੰਦਿਰ ਦੇ ਪੁਜਾਰੀ ਨੇ, ਤੇ ਪੁਰਾਣੇ ਸਮੇਂ ਵਿੱਚ ਗੁਰਦੁਆਰਿਆਂ ਵਿੱਚ ਵੀ ਸ਼ੰਖ ਰੱਖ ਕੇ ਭਾਈ ਜੀ ਹੁਣੀ ਸਵੇਰੇ ਵਿਚਾਰੇ ਵਜਾਉਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ। ਹੁਣ ਸ਼ੰਖ ਆ, ਉਹਦੇ ਵਿੱਚੋਂ ਅਨੇਕਾਂ ਤਰ੍ਹਾਂ ਦੀਆਂ ਫਿਰ ਆਵਾਜ਼ਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਕਿਉਂ? ਕਿਉਂਕਿ ਅਸਲੇ ਨੂੰ ਛੱਡ ਕੇ ਲਹਿਰਾਂ ਦੇ ਉੱਤੇ ਆ ਟਿਕਿਆ ਤੇ ਲਹਿਰਾਂ ਨੇ ਬਹੁਤੀ ਦੇਰ ਸੰਭਾਲ ਕੇ ਨਹੀਂ ਰੱਖਿਆ, ਚੁੱਕ ਕੇ ਬਾਹਰ ਸੁੱਟ ਦਿੱਤਾ। ਲਹਿਰਾਂ ਤੇ ਖੇਡਣ ਵਾਲਿਆਂ ਨੂੰ ਚੁੱਕ ਕੇ ਬਾਹਰ ਸੁੱਟਿਆ ਉਹਨਾਂ ਨੇ, ਕਿਸੇ ਨੇ ਬਾਹ ਨਹੀਂ ਫੜੀ। ਫਿਰ ਸਮੁੰਦਰ ਰੂਪ ਗੁਰੂ ਨੇ ਉਹਨਾਂ ਦੀ ਬਾਹ ਫੜੀ ਤੇ ਭਾਈ ਮਤੀ ਦਾਸ ਕਹਿਣ ਲੱਗੇ, ਪਿਆਰਿਆ ਗੁਰੂ ਮੇਰਾ ਜੀਵਨ ਆ, ਗੁਰੂ ਤੋਂ ਬਿਨਾ ਮੈਂ ਜ਼ਿੰਦਗੀ ਦੀ ਗੱਲ ਸੋਚ ਵੀ ਨਹੀਂ ਸਕਦਾ। ਮਰਨਾ ਤੇ ਇੱਕ ਦਿਨ ਹੈ ਹੀ ਆ, ਤੇ ਕਿੰਨਾ ਚੰਗਾ ਵੀ ਜੇ ਇਹ ਮੌਤ ਗੁਰੂ ਦੀ ਗੋਦ ਵਿੱਚ ਬੈਠਿਆਂ ਹੀ ਆ ਜਾਏ, ਗੁਰੂ ਦੇ ਸਨਮੁਖ ਹੋ ਕੇ ਆਵੇ। ਹੁਣ ਭਾਈ ਮਤੀ ਦਾਸ ਉਹਨਾਂ ਨੇ ਮਿੱਤਰਤਾ ਹੀ ਗੰਢੀ, ਕਿਹਦੇ ਨਾਲ? ਗੁਰੂ ਦੇ ਨਾਲ। ਉਹਨਾਂ ਨੇ ਸੰਬੰਧ ਜੋੜਿਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ। ਹੁਣ ਖਿਆਲ ਕਰੋ, ਜਦੋਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹਾਦਤ ਹੋਈ ਨਾ, ਤੇ ਉਹ ਸ਼ਹਾਦਤ ਪਤਾ ਕਿੱਦਾਂ ਦੀ ਸੀ, ਪਿਆਰ ਕਿੱਦਾਂ ਦਾ ਸੀ। ਕਹਿੰਦੇ ਜਿੱਦਾਂ ਪਾਣੀ ਜਦੋਂ ਦੁੱਧ ਦੇ ਵਿੱਚ ਮਿਲਾਇਆ ਜਾਂਦਾ ਨਾ, ਪਾਣੀ ਦੀ ਕੀਮਤ ਕੋਈ ਨਹੀਂ ਹੁੰਦੀ, ਪਰ ਜਦੋਂ ਪਾਣੀ ਨੂੰ ਦੁੱਧ ਵਿੱਚ ਮਿਲਾ ਦਿੱਤਾ ਜਾਏ ਫਿਰ ਉਹ ਕਿੰਦਾ ਰੂਪ ਬਣ ਜਾਂਦਾ ਹੈ? ਦੁੱਧ ਦਾ। ਫਿਰ ਦੁੱਧ ਵਰਗਾ ਹੀ ਬਣ ਗਿਆ। ਪਾਣੀ ਨੂੰ ਦੁੱਧ ਵਿੱਚ ਮਿਲਾਇਆ ਗਿਆ, ਉਸੇ ਦਾ ਰੂਪ ਬਣ ਗਿਆ। ਤੇ ਹੁਣ ਪਿਆਰ ਵੇਖਿਓ ਦੋਵਾਂ ਦਾ। ਦੁੱਧ ਨੇ ਪਾਣੀ ਨੂੰ ਆਪਣਾ ਰੂਪ ਦਿੱਤਾ, ਬੇਕੀਮਤੇ ਨੂੰ ਕੀਮਤੀ ਬਣਾਇਆ। ਤੇ ਜਦੋਂ ਉਸੇ ਦੁੱਧ ਨੂੰ ਚੁੱਲ੍ਹੇ ਦੇ ਉੱਤੇ ਗਰਮ ਕਰਨ ਵਾਸਤੇ ਰੱਖੋ ਹਾਂ ਭਲਾ, ਤੇ ਸਭ ਤੋਂ ਪਹਿਲਾਂ ਉਹਦੇ ਵਿੱਚੋਂ ਜਦੋਂ ਦੁੱਧ ਨੂੰ ਸੇਕ ਲੱਗੇਗਾ ਤੇ ਪਾਣੀ ਹੀ ਭਾਪ ਬਣ ਕੇ ਉੱਡਦਾ। ਉਹ ਪਾਣੀ ਉੱਡਦਾ ਹੋਇਆ ਪਤਾ ਕੀ ਕਹਿੰਦਾ, ਵੀ ਤੇਰੇ ਪਿਆਰ ਦੇ ਖਾਤਰ, ਤੇਰੀ ਮਿੱਤਰਤਾ ਦੀ ਖਾਤਰ, ਤੇਰੇ ਕੀਤੇ ਗਏ ਉਪਕਾਰ ਦੀ ਖਾਤਰ, ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਸਾਨੂੰ ਕੋਈ ਪੁੱਛਦਾ ਨਹੀਂ ਸੀ, ਤੂੰ ਪਿਆਰ ਦਿੱਤਾ, ਸਾਨੂੰ ਆਪਣੇ ਵਰਗੇ ਬਣਾ ਲਿਆ। ਹੁਣ ਤੇਰੇ ਇਸ ਪਿਆਰ ਦੀ ਖਾਤਰ ਤੈਨੂੰ ਸੇਕ ਲੱਗੇ ਇਹ ਦੁੱਧ, ਤੇਰੇ ਵਿੱਚੋਂ ਪਹਿਲਾਂ ਮੈਂ ਭਾਪ ਬਣ ਕੇ ਉੱਡ ਜਾਵਾਂਗਾ। ਇਹ ਹੈ ਮਿੱਤਰਤਾ। ਹੁਣ ਵੇਖਿਓ ਦੁੱਧ ਦਾ ਸੁਭਾਅ, ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ ਆਵਟਨ ਆਪੇ ਖਪੈ, ਦੁੱਧ ਕੋ ਖਪੜ ਨਾ ਦੇ। ਹੁਣ ਪਿਆਰ ਵੇਖੋ ਦੁੱਧ ਦਾ। ਦੁੱਧ ਆਵਾਜ਼ ਮਾਰ ਕੇ ਕਹਿੰਦਾ, ਪਿਆਰਿਆ ਭਾਵਾਂ ਮੈਂ ਤੈਨੂੰ ਆਪਣਾ ਹੀ ਰੂਪ ਦਿੱਤਾ ਸੀ, ਆਪਣੇ ਹੀ ਵਰਗਾ ਬਣਾਇਆ ਸੀ, ਕੀਮਤੀ ਬਣਾਇਆ ਸੀ, ਪਰ ਖਿਆਲ ਕਰੀ ਤੂੰ ਮੇਰਾ ਰੂਪ ਹੈ ਤੇ ਤੈਨੂੰ ਸੇਕ ਲੱਗੇ ਤੇ ਜਿਹੜੇ ਜ਼ੁਲਮ ਦੀ ਅੱਗ ਬਲਦੀ ਹੋਈ ਤੈਨੂੰ ਸੇਕ ਦਵੇ, ਮੈਂ ਉਬਾਲਾ ਖਾ ਕੇ ਉਸ ਅੱਗ ਦੇ ਉੱਤੇ ਡਿੱਗ ਕੇ ਉਹ ਅੱਗ ਹੀ ਬੁਝਾ ਕੇ ਰੱਖ ਦਿਆਂਗਾ। ਭਾਈ ਮਤੀ ਦਾਸ, ਸਤੀ ਦਾਸ ਕਹਿੰਦੇ, ਗੁਰੂ ਅਸੀਂ ਪਾਣੀ ਵਰਗੇ ਸਾਂ, ਤੁਸੀਂ ਸਾਨੂੰ ਆਪਣਾ ਰੂਪ ਦਿੱਤਾ, ਸਾਨੂੰ ਦੁੱਧ ਹੀ ਬਣਾ ਲਿਆ, ਆਪਣੇ ਵਿੱਚ ਹੀ ਅਭੇਦ ਕਰ ਲਿਆ। ਤੁਹਾਡੀ ਸ਼ਹਾਦਤ ਹੋਏ, ਤੁਹਾਡੇ ਤੋਂ ਪਹਿਲਾਂ ਤੁਹਾਡੇ ਸਿੱਖ ਆਪਣੀ ਕੁਰਬਾਨੀ ਦੇ ਦੇਣਗੇ, ਆਪਣਾ ਆਪਾ ਇਸ ਅੱਗ ਦੇ ਰਾਹੀਂ ਕੁਰਬਾਨ ਕਰ ਦੇਣਗੇ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਪਿਆਰਿਓ ਭਾਵੇਂ ਮੈਂ ਤੁਹਾਨੂੰ ਆਪਣਾ ਹੀ ਰੂਪ ਦਿੱਤਾ ਹੈ,
ਪਰ ਜਿਹੜੀ ਜ਼ੁਲਮ ਦੀ ਤਲਵਾਰ, ਜਿਹੜਾ ਆਰਾ, ਜਿਹੜੀ ਅੱਗ, ਜਿਹੜਾ ਪਾਣੀ ਉਬਲਦਾ ਹੋਇਆ ਤੁਹਾਨੂੰ ਨਿਸਤੋ ਨਾਬੂਦ ਕਰਨ ਦੀ ਕੋਸ਼ਿਸ਼ ਕਰੇਗਾ, ਮੈਂ ਉਸ ਅੱਗ ਦੇ ਉੱਤੇ ਉਬਾਲਾ ਖਾ ਕੇ ਇਸ ਤਰ੍ਹਾਂ ਡਿੱਗਾਂਗਾ ਵੀ ਇਹ ਜ਼ੁਲਮ ਦੀ ਭੱਠੀ ਬਲਦੀ ਹੋਈ ਠੰਡੀ ਕਰਕੇ ਰੱਖ ਦਿਆਂਗਾ, ਬੁਝਾ ਦਿਆਂਗਾ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਕੋਈ ਜਾਣੈ ਕਵਣ ਇਹਾਂ ਜਗ ਮੀਤ। ਕੋਈ ਵਿਰਲਾ ਹੀ ਜਾਣਦਾ ਹੈ ਕਿ ਇਸ ਸੰਸਾਰ ਵਿੱਚ ਅਸਲੀ ਮਿੱਤਰ ਕੌਣ ਹੈ। ਮਿੱਤਰ ਆਪਾਂ ਬਥੇਰੇ ਬਣਾਏ ਨੇ, ਕਿਸੇ ਧੜਾ ਕੀਆ ਮਿੱਤਰ ਸੁਤ ਨਾਲ ਭਾਈ। ਕਿਸੇ ਨੇ ਮਿੱਤਰ ਬਣਾਇਆ ਆਪਣੇ ਭਰਾ ਨੂੰ, ਕਿਸੇ ਨੇ ਪੁੱਤਰ ਨੂੰ ਬਣਾਇਆ, ਕਿਸੇ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਆ ਧੜੇ ਹੀ ਆ ਨਾ, ਕੋਈ ਆਪਣੇ ਕੁੜਮ ਨਾਲ ਧੜਾ ਕਰਕੇ ਬੈਠਾ, ਕੋਈ ਕਹਿੰਦਾ ਮੇਰਾ ਜਵਾਈ ਬੜਾ ਤਗੜਾ ਆ, ਬੜਾ ਵੱਡਾ ਅਫਸਰ ਆ, ਉਹਦੇ ਕੋਲ ਬੜਾ ਪੈਸਾ ਆ, ਉਹਨੇ ਉਹਦੇ ਨਾਲ ਧੜਾ। ਵੈਸੇ ਗਰੀਬ ਨਾਲ ਧੜਾ ਕੋਈ ਨਹੀਂ ਜੇ ਬਣਾਉਂਦਾ। ਆਖੋ ਹਾਂ ਕਿਸੇ ਨੂੰ ਰਿਸ਼ਤੇਦਾਰ, ਕੋਈ ਸੱਜਣ ਮਿੱਤਰ ਬਣਾ ਲਾ ਰਿਕਸ਼ੇ ਵਾਲੇ ਨੂੰ, ਕਦੇ ਵੀ ਨਹੀਂ ਬਣਾਉਣਾ। ਕਿਹਨੂੰ ਬਣਾਵਾਂਗੇ? ਜਿਹੜਾ ਆਪਣੇ ਤੋਂ ਤਗੜਾ ਹੋਏਗਾ, ਵੀ ਲੋੜ ਵਿੱਚ ਸ਼ਾਇਦ ਕੰਮ ਆ ਜਾਏ। ਉਹ ਵੱਖਰੀ ਗੱਲ ਆ ਵੀ ਜਿੱਦਣ ਲੋੜ ਪਵੇ ਉਹ ਵਿਚਾਰਾ ਪਹਿਲਾਂ ਹੀ ਮੂੰਹ ਮੋੜ ਜਾਏ। ਪਰ ਸਤਿਗੁਰੂ ਕਹਿੰਦੇ ਵੀ ਗੁਰੂ ਨੂੰ ਆਪਣਾ ਮਿੱਤਰ ਬਣਾ, ਜਿਹੜਾ ਕਦੇ ਵੀ ਮੁਖ ਨਹੀਂ ਮੋੜਦਾ। 24 ਘੰਟੇ ਤੇਰੇ ਵਾਸਤੇ ਗੁਰੂ ਹਾਜ਼ਰ ਆ। ਕਦੇ ਵੀ ਗੁਰੂ ਥੱਕਦਾ ਨਹੀਂ, ਅੱਕਦਾ ਨਹੀਂ, ਸੌਂਦਾ ਨਹੀਂ। 24 ਘੰਟੇ ਸਗੋਂ ਗੁਰੂ ਤੇ ਆਵਾਜ਼ਾਂ ਮਾਰ ਕੇ ਕਹਿੰਦਾ ਨਾ, ਆਵੋ ਸਿੱਖ ਸਤਿਗੁਰ ਪਿਆਰਿਓ ਗਾਵੋ ਸੱਚੀ ਬਾਣੀ। ਗੁਰੂ ਤੇ ਆਵਾਜ਼ਾਂ ਮਾਰਦਾ ਵੀ ਆ ਤੇ ਸਹੀ, ਮਿਲ ਤੇ ਸਹੀ। ਮੈਂ ਤੇ ਪੁੱਤਰ ਦੀ 24 ਘੰਟੇ ਤੇਰੇ ਵਾਸਤੇ ਤਿਆਰ ਬੈਠਾ ਵੀ ਕਦੋਂ ਮੇਰਾ ਸਿੱਖ, ਮੇਰਾ ਪੁੱਤ, ਮੇਰੀ ਧੀ ਮੈਨੂੰ ਮਿਲਣ ਵਾਸਤੇ ਆਵੇ ਤੇ ਮੈਂ ਉਹਦੇ ਨਾਲ ਗੱਲਾਂ ਕਰਾਂ। ਗੁਰੂ ਤੇ ਹਮੇਸ਼ਾ ਤਿਆਰ ਬੈਠਾ। ਗੁਰਮੁਖ ਪਿਆਰਿਓ, ਸਤਿਗੁਰੂ ਸਾਹਿਬ ਜੀ ਕਹਿੰਦੇ ਕੋਈ ਜਾਣੈ ਕਵਣ ਇਹਾਂ ਜਗ ਮੀਤ। ਕੋਈ ਵਿਰਲਾ ਹੀ ਜਾਣਦਾ ਹੈ ਇਸ ਸੰਸਾਰ ਵਿੱਚ ਅਸਲੀ ਮਿੱਤਰ ਕੌਣ ਹੈ। ਜਿਨ੍ਹਾਂ ਨੂੰ ਮਿੱਤਰ ਤੂੰ ਬਣਾ ਕੇ ਬੈਠਾ ਨਾ ਮੇਰੇ ਵੀਰ, ਮੇਰੇ ਭਾਈ, ਅਸਲ ਦੇ ਵਿੱਚ ਇਹ ਅੱਧ ਵਿਚਾਲੇ ਛੱਡ ਜਾਂਦੇ ਨੇ। ਇਹ ਦੁਨੀਆ ਦੇ ਪੰਧ ਦੇ ਵਿੱਚ ਅੱਧ ਵਿਚਾਲੇ ਛੱਡ ਕੇ ਚਲੇ ਜਾਂਦੇ ਨੇ। ਜੇ ਕੋਈ ਤੋੜ ਨਿਭਣ ਵਾਲਾ ਨਾ, ਉਹ ਇੱਕੋ ਹੀ ਗੁਰੂ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਸੱਜਣ ਕੋਲ ਗਏ। ਸੱਜਣ ਠੱਗ ਕੇ ਆ ਜਾਂਦਾ ਨਾ, ਪਹਿਰਾਵਾ ਬੜਾ ਸੋਹਣਾ ਹੈ, ਲੋਕਾਂ ਨੂੰ ਵੇਖਣ ਨੂੰ ਲੱਗਦਾ ਵੀ ਇਹ ਮਿੱਤਰ ਹੈ, ਪਰ ਹਕੀਕਤ ਤੋਂ ਪਰੇ ਹੈ, ਅੰਦਰ ਕੁਝ ਹੋਰ ਹੈ। ਹੁਣ ਸਤਿਗੁਰੂ ਸਾਹਿਬ ਜੀ ਨੇ ਕੀ ਆਖਿਆ? ਭਾਈ ਸੱਜਣ ਨਾ ਰਖਾ ਲੈਣ ਨਾਲ ਮਿੱਤਰ ਸੱਜਣ ਨਹੀਂ ਬਣਿਆ ਜਾਂਦਾ। ਸੱਜਣ ਕੌਣ ਹੁੰਦਾ ਭਲਾ? ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥਾ ਲੇਖਾ ਮੰਗੀਐ ਤਿੱਥੈ ਖੜੇ ਦਿਸਣ। ਵਿਖਾਵਾ ਵੀ ਸੱਜਣ ਨਹੀਂ, ਵਿਖਾਵਾ ਵੀ ਮਿੱਤਰ ਨਹੀਂ ਬਣੇਗਾ, ਸੱਜਣ ਨਹੀਂ ਬਣੇਗਾ। ਕੌਣ ਬਣੇਗਾ? ਕਹਿੰਦੇ ਤੇਰੇ ਗੁਣ ਹੀ, ਉਹ ਰੱਬ ਜੀ ਦੀ ਬਖਸ਼ਿਸ਼ ਹੀ ਤੇਰੇ ਮਿੱਤਰ ਬਣਨੇ ਨੇ। ਵੇਖੋ ਜੇ ਗੁਣ ਪੱਲੇ ਹੋਣ ਨਾ ਤੇ ਉਹ ਇੱਥੇ ਵੀ ਸਾਡੇ ਮਿੱਤਰ ਨੇ। ਮੰਨ ਲਓ ਇੱਕ ਬੱਚੇ ਨੇ ਡਾਕਟਰੀ ਕੀਤੀ ਹੈ, ਉਹ ਡਾਕਟਰ ਬਣ ਗਏ ਹੈ, ਕੋਈ ਇੰਜੀਨੀਅਰ ਬਣ ਗਏ ਹੈ। ਉਹਦੇ ਕੋਲ ਇੰਜੀਨੀਅਰਿੰਗ ਦਾ, ਡਾਕਟਰੀ ਦਾ ਗੁਣ ਆ ਨਾ, ਉਹਨੇ ਆਪਣੀ ਸਟੱਡੀ ਕੀਤੀ ਹੈ, ਉਸ ਗੁਣ ਨੂੰ ਗ੍ਰਹਿਣ ਕੀਤਾ ਹੈ, ਧਾਰਨ ਕੀਤਾ ਹੈ। ਉਹ ਹੁਣ ਪਟਿਆਲੇ ਬਹਿ ਜਾਏ, ਅੰਮ੍ਰਿਤਸਰ ਬਹਿ ਜਾਏ, ਦਿੱਲੀ ਬਹਿ ਜਾਏ ਜਾਂ ਅਮਰੀਕਾ ਚਲਾ ਜਾਏ, ਉਹ ਗੁਣ ਥੋੜੀ ਛੱਡ ਕੇ ਜਾਏਗਾ। ਸਾਰੇ ਛੱਡ ਜਾਣਗੇ। ਬਾਬਾ ਫਰੀਦ ਜੀ ਕਹਿੰਦੇ ਨਾ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿਨੀ ਤੂੰ ਜਣਿਓ ਏ, ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣੇ ਹੋਏ। ਵੀ ਜਿਨ੍ਹਾਂ ਨੂੰ ਤੂੰ ਮਿੱਤਰ ਬਣਾਇਆ ਸੀ ਉਹ ਤੇ ਤੇਰੇ ਕੋਲੋਂ ਚਲੇ ਗਏ, ਪਰ ਗੁਰੂ ਦੀ ਸਿੱਖਿਆ ਉਹ ਹਮੇਸ਼ਾ ਤੇਰੇ ਨਾਲ ਨਿਭਣ ਵਾਲੀ ਹੈ। ਗੁਰ ਕਾ ਬਚਨ ਬਸੈ ਜੀ ਨਾਲੇ। ਇਹ ਇੱਕ ਮਿੱਤਰ ਹੈ ਜਿਹੜਾ ਤੇਰੀ ਜਿੰਦ ਦੇ ਨਾਲ ਵਸ ਰਹੇ। ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਹਮੇਸ਼ਾ ਮੇਰੇ ਨਾਲ ਹੈ। ਗੁਰੂ ਕਦੇ ਵੀ ਛੱਡ ਕੇ ਨਹੀਂ ਜਾਂਦਾ। ਦੁਨੀਆ ਦੇ ਸੰਬੰਧ ਅਖੀਰ ਇੱਕ ਦਿਨ ਇਹੋ ਜਿਹਾ ਜ਼ਰੂਰ ਆਉਂਦਾ ਹੈ ਵੀ ਛੱਡ ਕੇ ਸਾਨੂੰ ਚਲੇ ਜਾਂਦੇ, ਪਰ ਗੁਰੂ ਆ ਨਾ, ਉਹ ਕਦੇ ਵੀ ਸਾਨੂੰ ਛੱਡ ਕੇ ਜਾਣ ਵਾਲਾ ਨਹੀਂ। ਮੈਂ ਬਚਨ ਪੜ੍ਹ ਰਿਹਾ ਸੀ ਸਵੇਰੇ, ਆਪ ਜੀ ਨੇ ਬੜੀ ਵਾਰ ਸ਼ਬਦ ਸੁਣਿਆ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰੈ। ਜਿਹਨੇ ਮਾਇਆ ਨੂੰ ਆਪਣਾ ਸੰਬੰਧੀ ਬਣਾਇਆ ਨਾ, ਮਾਇਆ ਨੂੰ ਸਿਮਰਦਾ ਰਿਹਾ, ਅੰਤ ਕਾਲ ਅਖੀਰ ਵੇਲੇ ਕਹਿੰਦੇ ਵੀ ਉਹ ਛੱਡ ਕੇ ਸਾਥ ਤੁਰ ਜਾਂਦੀ ਆ। ਸਾਥ ਨਹੀਂ ਤੋੜਨ ਨਿਭਾਉਂਦੀ ਮਾਇਆ, ਅਖੀਰ ਵੇਲੇ ਹੀ ਇਕੱਲਾ ਸਾਥ ਨਹੀਂ ਨਿਭਾਉਂਦੀ,
ਇਹ ਕਈ ਵਾਰ ਅੱਧ ਵਿਚਾਲੇ ਵੀ ਛੱਡ ਕੇ ਤੁਰ ਜਾਂਦੀ ਹੈ। ਵੱਡੇ ਵੱਡੇ ਬਾਦਸ਼ਾਹ ਜਿਨ੍ਹਾਂ ਨੇ ਸਦੀਆਂ ਤੱਕ ਵੱਡਿਆਂ ਵਡੇਰਿਆਂ ਨੇ ਰਾਜ ਕੀਤਾ, ਅੱਜ ਉਹਨਾਂ ਦੀ ਮੜੀ ਤੇ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ ਲੱਭਦਾ। ਵੱਡੇ ਵੱਡੇ ਬਾਦਸ਼ਾਹ ਜਿਹੜੇ ਨੇ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਢਹਿ ਢੇਰੀ ਹੋ ਜਾਂਦੇ ਨੇ। ਇਹ ਮਾਇਆ ਕਿਸੇ ਦਾ ਵੀ ਸਾਥ ਤੋੜ ਨਹੀਂ ਨਿਭਾਉਂਦੀ। ਖਸਮ ਮਰੈ ਇਹੋ ਜੀ ਪਤਨੀ ਹੈ ਤਾਂ ਉਹ ਨਾਰ ਨਾ ਰੋਵੇ। ਇਹ ਕਦੇ ਵੀ ਪਿੱਟ ਸਿਆਪਾ ਨਹੀਂ ਕਰਦੀ ਵੀ ਚਲਾ ਗਿਆ ਛੱਡ ਕੇ, ਨਹੀਂ। ਕਿਉਂ ਭਲਾ? ਉਸ ਰਖਵਾਰਾ ਔਰੋ ਹੋਵੇ। ਉਹਨੂੰ ਪਤਾ ਵੀ ਕਈ ਮਾਲਕ ਬਣ ਜਾਣੇ, ਇੱਕ ਛੱਡੇ ਦੂਜਾ ਤਿਆਰ ਬੈਠਾ। ਅੱਜ ਬਾਪੂ ਚੜਾਈ ਕਰ ਜਾਏ, 2 ਪੁੱਤਰ ਨੇ ਤਿਆਰ ਨੇ, ਅਗਲੇ ਟਰੰਕ ਵੀ ਫੋਲ ਲੈਂਦੇ ਵੀ ਕਿਧਰੇ ਕੋਈ ਛਾਂਪ ਛੱਲਾ ਲੱਭੀ ਜਾਏ, ਰੱਖਿਆ ਹੋਇਆ ਬਾਪੂ ਨੇ ਸਾਂਭ ਕੇ। ਸਤਿਗੁਰੂ ਕਹਿੰਦੇ ਪਿਆਰਿਆ, ਹੁਣ ਆਹ ਸ਼ਬਦ ਪੜਿਓ ਸਾਰਾ ਹੀ, ਜਿਹੜਾ ਮੈਂ ਤੁਹਾਡੇ ਨਾਲ ਬੇਨਤੀ ਕਰ ਰਿਹਾ ਕਿ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਅਵਤਰੈ। ਹੁਣ ਜਿੰਨੇ ਇਕੱਲੇ ਅਖੀਰਲੇ ਟਾਈਮ ਮਰਨ ਦਾ ਹੀ ਨਹੀਂ ਆ ਭਾਵ ਇਹਦਾ, ਜੇ ਭਾਵ ਅਰਥ ਲਵਾਂਗੇ ਉਹ ਇਹ ਹੈ ਵੀ ਮਾਇਆ ਦੀ ਖੇਡ ਦੇ ਵਿੱਚ ਰੰਗਿਆ ਹੋਇਆ ਬੰਦਾ ਜਦੋਂ ਮਾਇਆ ਕਰਕੇ ਕੋਈ ਕਰਮ ਕਰਦਾ, ਕੋਈ ਰਿਸ਼ਵਤ ਲੈਂਦਾ, ਕੋਈ ਠੱਗੀ ਮਾਰਦਾ, ਉਹ ਅਖੀਰ ਮਰ ਜਾਂਦਾ ਨਾ ਜ਼ਮੀਰ ਦੇ ਤੌਰ ਤੇ। ਗੁਰਬਾਣੀ ਵਿੱਚ ਇੱਕ ਤਰੀਕੇ ਦੀ ਮੌਤ ਨਹੀਂ ਹੈ, 3 ਤਰੀਕਿਆਂ ਦੀ ਮੌਤ ਆ। ਇੱਕ ਤੇ ਆ ਸਰੀਰ ਦਾ ਮਰਨਾ, ਦੂਜਾ ਹੈ ਜ਼ਮੀਰ ਦਾ ਮਰਨਾ, ਤੇ ਤੀਜਾ ਆ ਗੁਰੂ ਦੇ ਸ਼ਬਦ ਰਾਹੀਂ ਮਰਨਾ। ਇੱਥੇ ਤੀਜਾ ਮਰਨਾ ਪ੍ਰਵਾਨ ਹੈ, ਸ਼ਬਦ ਮਰੋ ਫਿਰ ਜੀਵੋ ਸਦਹੀ। ਆਹ ਵਾਲਾ ਜੀਵਨ ਸਦਾ ਲੈ, ਗੁਰੂ ਨੂੰ ਮਿੱਤਰ ਬਣਾ ਕੇ ਆਪਾ ਆਪ ਮਾਰ ਕੇ। ਸਤਿਗੁਰੂ ਕਹਿੰਦੇ ਨੇ ਐ ਭਾਈ, ਜਦੋਂ ਮਾਇਆ ਦੀ ਖੇਡ ਵਿੱਚ ਰੰਗਿਆ ਹੋਇਆ ਬੰਦਾ ਅੰਤ ਵੇਲੇ ਮਾਇਆ ਕਰਕੇ ਕੁਕਰਮ ਕਰਨ ਲੱਗਦਾ ਨਾ, ਮਰਨ ਲੱਗਦਾ ਹੈ ਮਾਇਆ ਕਰਕੇ। ਅੰਤ ਕਾਲ ਜੋ ਲక్ష్ਮੀ ਸਿਮਰੈ, ਜਦੋਂ ਉਹ ਲక్ష్ਮੀ ਨੂੰ ਸਿਮਰਦਾ ਹੁੰਦਾ, ਅੰਤ ਕਾਲ ਨੇੜੇ ਆ ਗਿਆ। ਨੇੜੇ ਆਇਆ ਨਾ ਮਾਇਆ ਕਰਕੇ, ਜ਼ਮੀਰ ਮਰ ਗਈ, ਬੰਦਾ ਜਿਉਂਦਾ ਵੀ ਮਰਿਆ ਬਰਾਬਰ ਹੈ ਜ਼ਮੀਰ ਕਰਕੇ। ਹੁਣ ਅੰਤ ਕਾਲ ਜਦੋਂ ਅਖੀਰਲੇ ਵੇਲੇ ਉਹਨੇ ਮਾਇਆ ਨੂੰ ਸਿਮਰਿਆ, ਸਰਪ ਜੋਨ ਵੱਲ ਵੱਲ ਉਤਰੈ। ਹੁਣ ਸੱਪ ਦੀ ਜੌਨ ਆ, ਉਹ ਕੀ ਕਰਦਾ? ਸੱਪ ਨੇ ਜਦੋਂ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਆ ਤੇ ਉਹ ਆਪੇ ਹੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਆ। ਮਾਇਆ ਵੇੜਿਆ ਮਨੁੱਖ ਜਿਹੜਾ ਗੁਰੂ ਨੂੰ ਮਿੱਤਰ ਨਹੀਂ, ਜਿਹਨੇ ਮਾਇਆ ਨੂੰ ਮਿੱਤਰ ਬਣਾਇਆ, ਮਾਇਆ ਨੂੰ ਆਪਣਾ ਸੰਬੰਧੀ ਬਣਾਇਆ, ਮਾਇਆ ਦੀ ਟੇਕ, ਮਾਇਆ ਦੇ ਸਹਾਰੇ ਹੀ ਉੱਡਿਆ ਫਿਰਦਾ ਨਾ, ਉਹ ਫਿਰ ਕੀ ਹੁੰਦਾ? ਫਿਰ ਇਹ ਮਾਇਆ ਪੁੱਤਰਾਂ ਨੂੰ ਵੀ ਖਾ ਜਾਂਦੀ ਆ। ਖਾ ਜਾਣ ਤੋਂ ਮਤਲਬ ਆ ਵੀ ਇਹ ਸਾਰੇ ਰਿਸ਼ਤੇ ਨਾਤੇ ਖਾ ਜਾਂਦੀ ਹੈ। ਭਰਾ ਭਰਾ ਦਾ ਰਿਸ਼ਤਾ ਵੀ ਖਾ ਜਾਂਦੀ ਆ, ਇਹ ਭੈਣ ਭਰਾ ਦਾ ਰਿਸ਼ਤਾ ਵੀ ਖਾ ਜਾਂਦੀ ਆ, ਇਹ ਪਿਓ ਪੁੱਤ ਵਾਲਾ ਰਿਸ਼ਤਾ ਵੀ ਖਾ ਜਾਂਦੀ ਆ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਅਵਤਰੈ। ਅਰੀ ਬਾਈ ਜਿਹੜੀ ਤਤ ਦੀ ਗੱਲ ਆ ਨਾ, ਉਹ ਰਹਾਉ ਵਾਲੇ ਬੰਦ ਵਿੱਚ ਹੈ। ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਉਹ ਮੇਰੀਏ ਭੈਣੇ, ਆ ਮੇਰੇ ਵੀਰ, ਰੱਬ ਦਾ ਨਾਮ ਤੈਨੂੰ ਵਿਸਰ ਨਾ ਜਾਏ। ਅਸਲ ਵਿੱਚ ਇਹ ਨਾਮ ਹੀ ਤੇਰੇ ਜੀਵਨ ਦਾ ਸਹਾਰਾ ਆ, ਅਸਲੀ ਮਿੱਤਰ ਆ। ਮਾਇਆ ਜਿਹੜੀ ਠਗੀਆਂ ਨਾਲ ਇਕੱਠੀ ਕੀਤੀ, ਇਹਨੇ ਤੋੜ ਥੋੜੀ ਨਿਭ ਜਾਣਾ, ਸੰਬੰਧਾਂ ਨੇ ਤੋੜ ਥੋੜੀ ਨਿਭ ਜਾਣਾ ਹੈ। ਇੱਕ ਦਿਨ ਤੇ ਸਰੀਰ ਛੱਡ ਕੇ ਚਲੇ ਜਾਣਾ ਨਾ। ਮੈਂ ਕਈ ਵਾਰੀ ਸੋਚਿਆ ਕਰਦਾ ਮਨਾ, ਬੰਦਾ ਸਰੀਰ ਲੈ ਕੇ ਪੈਦਾ ਹੋਇਆ ਨਾ ਸੰਸਾਰ ਦੇ ਵਿੱਚ, ਸਰੀਰ ਦੇ ਰਾਹੀਂ ਵਿਚਰਦਾ, ਸੰਬੰਧ ਬਣਦੇ ਨੇ। ਇੱਕ ਦਿਨ ਤੇ ਉਹ ਵੀ ਆਂਦਾ ਜਦੋਂ ਸਰੀਰ ਵੀ ਸੜ ਕੇ ਸਵਾਹ ਹੋ ਜਾਂਦਾ, ਜਿੰਦ ਭੌਰ ਕੱਲੀ ਜਾਂਦੀ ਆ, ਸਰੀਰ ਵੀ ਇੱਥੇ ਹੀ ਰਹਿ ਜਾਂਦਾ। ਇਹਨੇ ਸਾਥ ਨਹੀਂ ਨਿਭਾਉਣਾ। ਬਾਕੀ ਤੇ ਗੱਲਾਂ ਬੜੀਆਂ ਦੂਰ ਦੀਆਂ ਨੇ, ਮਾਇਆ ਸੰਬੰਧ ਇਹ ਤੇ ਬੜੀਆਂ ਦੂਰ ਦੀਆਂ ਗੱਲਾਂ ਨੇ। ਜਿਹੜਾ ਸਰੀਰ ਲੈ ਕੇ ਵੀ ਆਪਾਂ ਆਏ ਸੀ, ਇਹ ਵੀ ਅਖੀਰ ਇੱਕ ਦਿਨ ਸਾਡਾ ਸਾਥ ਛੱਡ ਹੀ ਜਾਂਦਾ ਹੈ। ਪੀਰ ਬੁੱਧੂ ਸ਼ਾਹ ਨੂੰ ਨਾ ਇਸ ਗੱਲ ਦਾ ਪਤਾ, ਕੋਈ ਜਾਣੈ ਕਵਨ ਇਹਾਂ ਜਗ ਮੀਤ। ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਮਿੱਤਰ ਬਣਾਇਆ, ਸੱਜਣ ਬਣਾਇਆ। ਤੇ ਜਦੋਂ ਭੰਗਾਣੀ ਦਾ ਯੁੱਧ ਹੋਇਆ ਨਾ, ਤੇ ਜਿਨ੍ਹਾਂ ਦੇ ਵੱਡੇ ਵਡੇਰਿਆਂ ਨੂੰ ਛਡਾਇਆ ਸੀ, ਜਿਹੜੇ ਕਹਿੰਦੇ ਸੀ ਅਸੀਂ ਤੇਰੇ ਗੁਰੂ ਜੀ ਰਿਣੀ ਆ, ਉਹ ਰਿਣ ਉਤਾਰਨ ਵਾਸਤੇ ਉਹਨਾਂ ਪਹਾੜੀਆਂ ਨੇ ਇਕੱਠਿਆਂ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪੌਂਟਾ ਸਾਹਿਬ ਦੀ ਧਰਤੀ ਤੇ ਜਦੋਂ ਸੁਭਾਏਮਾਨ ਨੇ,
ਹਮਲਾ ਕਰਨ ਦੀ ਵਿਉਂਤ ਸੋਚੀ ਸੰਗਤ ਜੀ। ਸਤਿਗੁਰੂ ਜੀ ਸਿੱਖਾਂ ਨੂੰ ਨਾਲ ਲੈ ਕੇ ਭੰਗਾਣੀ ਵਾਲੀ ਥਾਂ, ਜਿਹੜੀ ਜੰਗ ਦੇ ਨੁਕਤਾ ਨਿਗਾਹ ਤੋਂ ਬੜੀ ਚੰਗੀ ਹੈ, ਇੱਕ ਬੰਨੇ ਜਮਨਾ ਦੂਜੇ ਬੰਨੇ ਪਹਾੜੀਆਂ ਨੇ, ਰੇਤੀ ਹੈ, ਤਾਂ ਕਿ ਉੱਥੇ ਵਧੀਆ ਮੋਰਚਾ ਗੱਡ ਕੇ ਦੁਸ਼ਮਣ ਦਾ ਮੁਕਾਬਲਾ ਕੀਤਾ ਜਾ ਸਕੇ। ਸਤਿਗੁਰੂ ਜੀ ਪਹੁੰਚੇ ਨੇ, ਗਹਿ ਚ ਲੜਾਈ ਹੋਈ। ਪੀਰ ਬੁੱਧੂ ਸ਼ਾਹ ਜਿਨ੍ਹਾਂ ਨੇ ਆਪਣਾ ਮਿੱਤਰ ਬਣਾਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਜਿਹੜੇ ਪਿਆਰ ਕਰਦੇ ਸਨ ਗੁਰੂ ਦੇ ਨਾਲ, ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਵੀ ਇਸ ਲੜਾਈ ਦੇ ਵਿੱਚ ਸਭ ਤੋਂ ਪਹਿਲਾਂ ਪਠਾਨ ਗੱਦਾਰੀ ਕਰ ਗਏ, ਜਿਨ੍ਹਾਂ ਨੂੰ ਤੁਸੀਂ ਰਖਾਇਆ ਪੀਰ ਬੁੱਧੂ ਸ਼ਾਹ ਜੀ, ਉਹ ਅੱਜ ਗੁਰੂ ਗੋਬਿੰਦ ਸਿੰਘ ਕੋਲ ਤਨਖਾਹਾਂ ਲੈ ਕੇ ਤੇ ਪਹਾੜੀਆਂ ਦੇ ਨਾਲ ਰਲ ਗਏ ਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਸਾਜੋ ਸਮਾਨ ਹੈ ਸਾਨੂੰ ਲੁੱਟਣ ਦੇ। ਉਹਨਾਂ ਨੇ ਗੁਰੂ ਨਾਲ ਮਿੱਤਰਤਾ ਛੱਡ ਕੇ ਤੇ ਵੈਰੀਆਂ ਨਾਲ, ਧੋਖੇਬਾਜ਼ਾਂ ਦੇ ਨਾਲ ਜਾ ਕੇ ਮਿੱਤਰਤਾ ਗੰਢ ਲਈ। ਪੀਰ ਬੁੱਧੂ ਸ਼ਾਹ ਫਿਰ ਉਹ ਮਿੱਤਰਤਾ ਨਿਭਾਉਣ ਵਾਸਤੇ ਆਪਣੇ 700 ਮਰੀਦ, 4 ਪੁੱਤਰ ਤੇ 2 ਭਰਾ ਲੈ ਕੇ ਜੰਗ ਦੇ ਮੈਦਾਨ ਵਿੱਚ ਪਹੁੰਚੇ। ਤੇ ਜਦੋਂ ਜੰਗ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਤ ਗਏ ਨਾ, ਤੇ ਪੀਰ ਬੁੱਧੂ ਸ਼ਾਹ ਸ਼ਾਮਾਂ ਵੇਲੇ ਜਦੋਂ ਸਤਿਗੁਰੂ ਜੀ ਵਾਪਸ ਪੌਂਟਾ ਸਾਹਿਬ ਦੀ ਧਰਤੀ ਤੇ ਆਏ, ਕੁਝ ਦਿਨਾਂ ਬਾਅਦ ਹੱਥ ਜੋੜ ਕੇ ਬੇਨਤੀ ਕਰਦੇ ਆ, ਸਤਿਗੁਰੂ ਜੀ ਕਿਰਪਾ ਕਰੋ, ਹੁਣ ਮੈਂ ਵਾਪਸ ਆਪਣੇ ਨਗਰ ਸਢੋਰੇ ਜਾਣਾ। ਤੇ ਸਤਿਗੁਰੂ ਕਹਿਣ ਲੱਗੇ, ਪੀਰ ਜੀ ਤੁਸੀਂ ਸਾਡੀ ਬੜੀ ਮਦਦ ਕੀਤੀ ਹੈ, ਤੁਸੀਂ ਜੋ ਮੰਗਣਾ ਚਾਹੁੰਦੇ ਹੋ ਅੱਜ ਮੰਗ ਲਓ, ਬਾਬੇ ਨਾਨਕ ਦੇ ਦਰ ਦੇ ਦਰਵਾਜ਼ੇ ਤੁਹਾਡੇ ਵਾਸਤੇ ਖੁੱਲੇ ਹੋਏ ਆ। ਪੀਰ ਬੁੱਧੂ ਸ਼ਾਹ ਕਹਿਣ ਲੱਗੇ, ਸਤਿਗੁਰਾ ਕੁਝ ਨਹੀਂ ਚਾਹੀਦਾ, ਪਰ ਜੇ ਤੁੱਠੇ ਹੋ ਨਾ ਤੇ ਇੱਕ ਕਿਰਪਾ ਕਰ ਦਿਓ। ਆ ਜਿਹੜਾ ਕੰਘਾ ਤੁਸੀਂ ਕੇਸਾਂ ਦੇ ਵਿੱਚ ਫੇਰ ਰਹੇ ਹੋ ਨਾ, ਜਿੰਦੇ ਵਿੱਚ ਕੁਝ ਕੁ ਤਾਰਾਂ ਕੇਸਾਂ ਦੀਆਂ ਅੜੀਆਂ ਹੋਈਆਂ ਨੇ, ਕਿਰਪਾ ਕਰੋ ਮੇਰੀ ਗਰੀਬ ਦੀ ਝੋਲੀ ਦੇ ਵਿੱਚ ਨਾ ਆ ਕੇਸਾਂ ਵਾਲਾ ਕੰਘਾ ਪਾ ਦਿਓ। ਹੁਣ ਕਿਹੜੀ ਗੱਲੋਂ? ਕਹਿਣ ਲੱਗੇ, ਪੀਰ ਜੀ ਆ ਕੇਸਾਂ ਵਾਲਾ ਕੰਘਾ ਹੀ ਨਹੀਂ, ਆ ਸਾਡੇ ਸਿਰ ਦੀ ਦਸਤਾਰ ਵੀ ਅਸੀਂ ਤੁਹਾਨੂੰ ਦਿੱਤੀ, ਅੱਜ ਤੋਂ ਬਾਅਦ ਤੁਸੀਂ ਸਾਡੇ ਭਰਾ ਬਣ ਗਏ, ਮਿੱਤਰ ਬਣ ਗਏ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਗੁਰੂ ਦਾ ਮਿੱਤਰ ਹੈ ਉਹ, ਜਿਹੜਾ ਗੁਰੂ ਦੇ ਭਾਣੇ ਵਿੱਚ ਜਿਉਂਦਾ ਹੈ। ਪੀਰ ਬੁੱਧੂ ਸ਼ਾਹ ਜੀ ਤੁਸੀਂ ਸਾਡਾ ਸਾਥ ਨਿਭਾਇਆ, ਅੱਜ ਤੋਂ ਬਾਅਦ ਤੁਸੀਂ ਸਾਡੇ ਮਿੱਤਰ ਹੋ, ਸਾਡੇ ਅਜ਼ੀਜ਼ ਹੋ, ਪਿਆਰੇ ਹੋ। ਪੀਰ ਬੁੱਧੂ ਸ਼ਾਹ ਉਹ ਦਸਤਾਰ ਤੇ ਉਹ ਕੇਸਾਂ ਦਾ ਕੰਘਾ ਜਦੋਂ ਲੈ ਕੇ ਨਿਕਲਿਆ ਨਾ, ਤੇ ਮੇਰੇ ਵਰਗੇ ਕਿਸੇ ਸਿੱਖ ਨੇ ਪੁੱਛ ਲਿਆ, ਪੀਰ ਜੀ ਗੁਰੂ ਗੋਬਿੰਦ ਸਿੰਘ ਜੀ ਟੁੱਟੇ ਸੀ, ਤੁਸੀਂ ਕੰਘਾ ਦਸਤਾਰ ਤੇ ਕੇਸ ਲੈ ਚੱਲੇ ਹੋ, ਸਾਨੂੰ ਕੁਝ ਸਮਝ ਨਹੀਂ ਆਇਆ। ਇੱਥੇ ਤੇ ਜਿਹੜਾ ਆਉਂਦਾ ਕੁਝ ਮੰਗਣ ਵਾਸਤੇ ਹੀ ਆਉਂਦਾ, ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਧੀ ਮੰਗਦਾ ਹੈ, ਕੋਈ ਸਮਾਨ ਮੰਗਦਾ, ਕੋਈ ਨੌਕਰੀ ਮੰਗਦਾ ਹੈ, ਕੋਈ ਜ਼ਮੀਨ ਜਾਇਦਾਦ ਮੰਗਦਾ ਹੈ, ਕੋਈ ਇਹੋ ਕਹਿੰਦਾ ਵੀ ਭਰਾ ਨਾਲ ਝਗੜਾ ਚੱਲਦਾ ਤੇ ਕੇਸ ਦਾ ਫੈਸਲਾ ਮੇਰੇ ਹੀ ਹੱਕ 'ਚ ਹੋ ਜਾਏ। ਆਹੀ ਕੁਝ ਮੰਗਦੇ ਹਨ। ਉਹਨਾਂ ਪੁੱਛਿਆ, ਕਹਿੰਦੇ ਵੀ ਇਹ ਕਾਰਨ ਕੀ ਆ? ਤੇ ਪੀਰ ਬੁੱਧੂ ਸ਼ਾਹ ਕਹਿਣ ਲੱਗੇ, ਸਿੱਖੋ ਤੁਸੀਂ ਗੁਰੂ ਨੂੰ ਪੁੱਛੋ ਤੇ ਗੁਰੂ ਤੁਹਾਨੂੰ ਜਵਾਬ ਦਿੰਦੇ ਨੇ ਕਿ ਜੇ ਤੁਹਾਡੇ ਦਰਸ਼ਨ ਕਰਨੇ ਹੋਣ ਤੇ ਆ ਕੇਸਾਂ ਵਾਲਾ ਸਿੱਖ ਜਿਹੜਾ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਹੋਵੇ, ਗੁਰੂ ਦੀ ਗੱਲ ਨੂੰ ਮੰਨਣ ਵਾਲਾ ਹੋਵੇ, ਉਹਦੇ ਵਿੱਚੋਂ ਤੁਹਾਨੂੰ ਗੁਰੂ ਦੇ ਦਰਸ਼ਨ ਹੋਣਗੇ। ਇਹ ਕੇਸ ਗੁਰੂ ਦੀ ਮੋਹਰ ਹੈ, ਇਹ ਕੇਸ ਗੁਰੂ ਦੀ ਯਾਦ ਕਰਾਉਂਦੇ ਨੇ। ਮੈਂ ਇਸ ਕਰਕੇ ਲੈ ਚੱਲਿਆ, ਮੈਂ ਸਢੋਰੇ ਜਾਵਾਂਗਾ, ਅੱਖਾਂ ਨਾਲ ਗੁਰੂ ਦੇ ਦਰਸ਼ਨ ਨਹੀਂ, ਮਨ ਨਾਲ ਤੇ ਕਰ ਸਕਦਾ, ਪਰ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਨੇ ਹੋਣ ਤੇ ਮੈਂ ਇਸ ਕੰਘੇ ਤੇ ਕੇਸਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਾਂਗਾ। ਹੁਣ ਖਿਆਲ ਕਰਿਓ, ਵੇਖੋ ਕਿਹੋ ਜਿਹੀ ਮਿੱਤਰਤਾ ਆ। ਜਦੋਂ ਪੀਰ ਬੁੱਧੂ ਸ਼ਾਹ ਸਢੋਰੇ ਦੀ ਧਰਤੀ ਤੇ ਪਹੁੰਚੇ ਤੇ ਬੀਬੀ ਨਸੀਰਾਂ ਉਹਨਾਂ ਦੀ ਪਤਨੀ ਹੈ, ਘਰਵਾਲੀ ਹੈ, ਬੇਗਮ, ਉਹਨਾਂ ਨੇ ਜੀ ਆਇਆਂ ਆਖਿਆ ਪੀਰ ਬੁੱਧੂ ਸ਼ਾਹ ਨੂੰ। ਤੇ ਜਦੋਂ ਧੌਂਸੇ ਤੇ ਨਗਾਰੇ ਤੇ ਚੋਟਾਂ ਵੱਜੀਆਂ, ਸਮਝ ਗਏ ਕਿ ਪੀਰ ਬੁੱਧੂ ਸ਼ਾਹ ਜੰਗ ਜਿੱਤ ਕੇ ਆਏ ਨੇ। ਉਹਨਾਂ ਨੇ ਸਵਾਗਤ ਕੀਤਾ, ਨਿਗਾਹ ਮਾਰੀ, ਪੀਰ ਜੀ ਦਾ ਚਿਹਰਾ ਬੜਾ ਖੁਸ਼ ਆ, ਬੜੀ ਰੌਣਕ ਹੈ। ਪਰ ਕੀ ਵੇਖਿਆ ਵੀ ਬੀਬੀ ਨਸੀਰਾ ਨੇ ਮੇਰੇ 4 ਪੁੱਤ ਪੀਰ ਨਾਲ ਗਏ ਸੀ, ਅੱਜ ਵਾਪਸ 2 ਹੀ ਆਏ ਨੇ, ਅੱਜ 2 ਮੈਨੂੰ ਦਿਸਦੇ ਨਹੀਂ ਪਏ। ਉਹਨਾਂ ਨੇ ਪੀਰ ਜੀ ਨੂੰ ਆਉਂਦਿਆਂ ਨੂੰ ਸਵਾਲ ਕੀਤਾ, ਪੀਰ ਜੀ ਕਿਰਪਾ ਕਰਕੇ ਦੱਸੋ, ਮੇਰੇ 4 ਪੁੱਤ ਤੁਹਾਡੇ ਨਾਲ ਗਏ ਸੀ ਤੇ 2 ਹੀ ਵਾਪਸ ਆਏ ਨੇ, ਤੇ 2 ਕਿੱਥੇ ਨੇ?
ਪੀਰ ਕਹਿਣ ਲੱਗੇ, ਨਸੀਰਾਂ ਪਹਿਲਾਂ ਦੋਵੇਂ ਹੱਥ ਕਰ, ਵੇਖ ਮੈਂ ਕੀ ਲੈ ਕੇ ਆਇਆ। ਪੀਰ ਜੀ ਕੀ ਲੈ ਕੇ ਆਏ ਹੋ? ਮੈਂ ਤੁਹਾਡੇ ਕੋਲ ਪੁੱਤਰਾਂ ਦੀ ਗੱਲ ਪੁੱਛਦੀ ਆ, ਤੁਸੀਂ ਕਹਿੰਦੇ ਹੋ ਵੀ ਕੋਈ ਚੀਜ਼ ਲੈ ਕੇ ਆਇਆ, ਪਰ ਪੁੱਤਰਾਂ ਨਾਲੋਂ ਵੀ ਕੀਮਤੀ ਕੋਈ ਚੀਜ਼ ਹੋ ਸਕਦੀ ਆ। ਤੇ ਪੀਰ ਬੁੱਧੂ ਸ਼ਾਹ ਨੇ ਕੇਸਾਂ ਵਾਲਾ ਕੰਘਾ ਜਿਹੜਾ ਸੀ ਨਾ ਬੀਬੀ ਨਸੀਰਾਂ ਦੇ ਹੱਥ ਤੇ ਰੱਖਦਿਆਂ ਹੋਇਆ ਕਿਹਾ, ਨਸੀਰਾਂ ਜਿਹੜੇ ਪੁੱਤਰਾਂ ਦੀ ਸੁੱਖ ਸਾਂਦ ਪੁੱਛਦੀ ਆ ਨਾ, ਜਿਹੜੇ ਦੋ ਪੁੱਤਰਾਂ ਦੀ ਬਾਬਤ ਪੁੱਛ ਰਹੀ ਆ, ਅੱਜ ਮੈਂ ਤੇਰੀ ਉਹਨਾਂ ਦੋ ਪੁੱਤਰਾਂ ਨੂੰ ਗੁਰੂ ਦਿਆਂ ਚਰਨਾਂ ਤੋਂ ਵਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆਪਣੀ ਥਾਂ ਬਣਾ ਕੇ ਆਇਆ। ਇਹ ਕੇਸ, ਇਹ ਕੰਘਾ, ਇਹ ਦਸਤਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਉਹ ਬਖਸ਼ਿਸ਼ਾਂ ਲੈਣ ਵਾਸਤੇ ਅੱਜ ਮੈਂ ਆਪਣੇ ਦੋ ਪੁੱਤ ਕੁਰਬਾਨ ਕਰਵਾ ਕੇ ਆਇਆ। ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ, ਗੁਰੂ ਨਾਨਕ ਦੇ ਦਰ ਤੇ ਮੈਂ ਆਪਣੀ ਅੱਜ ਥਾਂ ਬਣਾ ਕੇ ਆ ਗਿਆ। ਤੇ ਬੀਬੀ ਨਸੀਰਾਂ ਨੇ ਕਿਹਾ, ਉਹ ਕਹਿਣ ਲੱਗੀ, ਪੀਰ ਜੀ ਜੇ ਦੋ ਪੁੱਤ ਕੁਰਬਾਨ ਕਰਵਾ ਕੇ ਗੁਰੂ ਨਾਨਕ ਦੇ ਘਰ ਵਿੱਚ ਥਾਂ ਮਿਲ ਸਕਦੀ ਆ, ਤੇ ਜਿਹੜੇ ਇਹ ਦੋ ਪੁੱਤ ਵਾਪਸ ਲੈ ਕੇ ਆਏ ਹੋ ਨਾ, ਤੇ ਇਸ ਗਰੀਬੜੀ, ਇਸ ਤਤੜੀ ਵੱਲ ਨਿਗਾਹ ਮਾਰਦੇ ਤੇ ਮੇਰੇ ਹਿੱਸੇ ਦੇ ਵੀ ਇਹ ਦੋ ਪੁੱਤ ਕੁਰਬਾਨ ਕਰਵਾ ਦਿੰਦੇ, ਮੇਰੀ ਥਾਂ ਵੀ ਗੁਰੂ ਗੋਬਿੰਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਬਣ ਜਾਂਦੀ। ਇਹ ਲੈ ਕੇ ਆਏ ਹੋ, ਇਹਨਾਂ ਨੂੰ ਵੀ ਕੁਰਬਾਨ ਕਰਵਾ ਦਿੰਦੇ ਤੇ ਮੇਰੀ ਵੀ ਤੇ ਥਾਂ ਉੱਥੇ ਬਣ ਜਾਂਦੀ ਨਾ, ਇਹਨਾਂ ਨੂੰ ਕਾਹਨੂੰ ਲੈ ਕੇ ਆਏ ਹੋ? ਇਹ ਹੈ ਮਿੱਤਰਤਾ, ਵੀ ਗੁਰੂ ਦੇ ਉੱਤੋਂ ਸਾਰਾ ਕੁਝ ਵਾਰ ਦਿੱਤਾ ਜਾਏ, ਬਸ ਇਸ ਖਾਤਰ ਕਿ ਅਸੀਂ ਗੁਰੂ ਦੇ ਬਣ ਜਾਈਏ। ਪਰ ਕਿਸੇ ਵਿਰਲੇ ਨੂੰ ਇਸ ਗੱਲ ਦੀ ਸੋਝੀ ਪੈਂਦੀ, ਕੋਈ ਜਾਣੈ ਕਵਣ ਇਹਾਂ ਜਗ ਮੀਤ, ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਂ ਕਿ ਨਿਰਮਲ ਰੀਤ। ਜਿੰਦੇ ਉੱਤੇ ਗੁਰੂ ਕਿਰਪਾ ਕਰਦਾ ਨਾ, ਰੱਬ ਜੀ ਕਿਰਪਾ ਕਰਦਾ, ਫਿਰ ਉਸ ਨੂੰ ਇਸ ਗੱਲ ਦੀ ਸਮਝ ਪੈਂਦੀ ਆ। ਹਰ ਬੰਦੇ ਨੂੰ ਸਮਝ ਨਹੀਂ ਪੈਂਦੀ, ਪਰ ਜਿੰਦੇ ਉੱਤੇ ਗੁਰੂ ਬਖਸ਼ਿਸ਼ ਕਰਦੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਤੇ ਉਹ ਗੁਰੂ ਨੂੰ ਫਿਰ ਆਪਣਾ ਮਿੱਤਰ ਬਣਾ ਲੈਂਦਾ, ਕਿਉਂਕਿ ਸਮਝ ਆ ਜਾਂਦੀ ਹੈ ਨਾ ਕਿ ਗੁਰੂ ਤੋਂ ਬਿਨਾਂ ਹੋਰ ਕੋਈ ਵੀ ਆਸਰਾ ਹੈ ਹੀ ਨਹੀਂ, ਕੋਈ ਵੀ ਸਹਾਰਾ ਨਹੀਂ ਹੈ। ਤੇ ਇਸ ਗੱਲ ਦੀ ਸਮਝ ਕਿ ਗੁਰੂ ਨੂੰ ਆਪਣਾ ਮਿੱਤਰ ਬਣਾਉਣਾ ਵਾ, ਉਹ ਜਦੋਂ ਗੁਰੂ ਰਹਿਮਤ ਕਰਦਾ ਹੈ ਤਾਂ ਹੀ ਆਉਂਦੀ ਹੈ। ਰਹਾਉ ਰੁਕ ਜਾਓ, ਸਤਿਗੁਰੂ ਜੀ ਕਹਿੰਦੇ ਨੇ ਇਹ ਬਚਨ ਧਿਆਨ ਨਾਲ ਸਮਝ ਲਿਓ ਕਿ ਮਿੱਤਰਤਾ ਗੁਰੂ ਨਾਲ ਕਰਨੀ ਹੈ, ਤੇ ਮਿੱਤਰਤਾ ਕਰਨ ਦੀ ਜਾਂਚ ਸਾਨੂੰ ਅਕਾਲ ਪੁਰਖ ਨੇ ਗੁਰੂ ਦੇ ਰਾਹੀਂ ਹੀ ਬਖਸ਼ਣੀ ਹੈ। ਮਾਤ ਪਿਤਾ ਬਰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ। ਮਾਤਾ ਪਿਤਾ ਬੰਧਪ ਭਰਾ, ਇਸ਼ਟ ਮੀਤ ਅਰ ਭਾਈ, ਆ ਜਿੰਨੇ ਵੀ ਸੰਬੰਧ ਨੇ ਨਾ, ਜਿਨ੍ਹਾਂ ਦੀ ਪੂਜਾ ਕਰਦਾ ਹੈ, ਮਾਤਾ ਆ, ਪਿਤਾ ਆ, ਭੈਣ ਆ, ਭਰਾ ਆ, ਮਿੱਤਰ ਨੇ, ਇਹ ਸਾਰੇ ਹੀ ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਇਹ ਸਾਰੇ ਹੀ ਤੇਰਿਆਂ ਕਰਮਾਂ ਦੇ ਕਰਕੇ, ਸੰਜੋਗਾਂ ਦੇ ਕਰਕੇ ਤੈਨੂੰ ਮਿਲੇ ਨੇ। ਪਰ ਖਿਆਲ ਕਰੀ, ਮਿਲੇ ਜ਼ਰੂਰ ਨੇ, ਰਹਿੰਦੇ ਤੇਰੇ ਕੋਲ ਨੇ, ਚਾਰੇ ਪਾਸਿਓਂ ਤੈਨੂੰ ਘੇਰ ਕੇ ਵੀ ਰੱਖਦੇ ਨੇ, ਤੇਰੇ ਨਾਲ ਉੱਠਦੇ ਵੀ ਬਹਿੰਦੇ ਨੇ, ਪਰ ਇਹ ਮਿਲੇ ਵੀ ਤੈਨੂੰ ਸੰਜੋਗ ਕਰਕੇ ਹੈ। ਸੰਜੋਗ ਵਿਜੋਗ ਦੂਏ ਕਾਰ ਚਲਾਵੇ, ਸਾਰੇ ਸੰਸਾਰ ਦੀ ਕਾਰ ਸੰਜੋਗ ਮਿਲਣਾ, ਵਿਜੋਗ ਵਿਛੜ ਜਾਣਾ, ਇਸੇ ਦੇ ਉੱਤੇ ਆਧਾਰਿਤ ਹਨ। ਸਾਰੇ ਸੰਸਾਰ ਦੀ ਕਾਰ ਇਸੇ ਉੱਪਰ ਚੱਲ ਰਹੀ ਹੈ। ਤੇ ਸਤਿਗੁਰੂ ਕਹਿੰਦੇ ਨੇ ਵੀ ਇਹ ਸਾਰੇ ਤੇਰੇ ਸੰਜੋਗਾਂ ਕਰਕੇ, ਪਿਛਲਿਆਂ ਕਰਮਾਂ ਕਰਕੇ ਤੈਨੂੰ ਇਹ ਭਰਾ, ਇਹ ਮਿੱਤਰ, ਮਾਤਾ ਪਿਤਾ ਮਿਲੇ ਹਨ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਜਿੰਨੇ ਵੀ ਤੂੰ ਸਾਧਨ ਜੋੜ ਕੇ ਬੈਠਾ ਨਾ, ਮੁਕਤ ਮੋਤੀ, ਲਾਲ ਬੇਸ਼ਕੀਮਤੀ ਪੱਥਰ, ਕਣਕ ਸੋਨਾ, ਹੀਰੇ ਮੋਤੀ ਸੋਨਾ, ਗਹਿਣੇ, ਗੱਡੀਆਂ, ਕਾਰਾਂ, ਜੋ ਮਰਜ਼ੀ ਜੋੜ ਲਓ, ਜਿਹੜਾ ਮਾਇਆ ਦੇ ਨਾਲ ਖਰੀਦਿਆ ਜਾ ਸਕਦਾ ਹੈ। ਕਹਿੰਦੇ ਇਹ ਸਾਰੀ ਜਿੰਨੀ ਵੀ ਹੈ ਨਾ, ਇਹ ਮਾਇਆ ਦੀ ਖੇਡ ਹੈ, ਇਹ ਦਿਲ ਪਰਚਾਵਾ। ਹੁਣ ਮਾਇਆ ਦੇ ਨਾਲ ਭਲਾ ਆਪਾਂ ਨੂੰ ਰੱਬ ਤੇ ਨਹੀਂ ਨਾ ਮਿਲ ਜਾਣਾ। ਮਨ ਦੇ ਰਾਮ ਲਿਆ ਹੈ ਮੋਲ, ਇਹਨਾਂ ਵਸਤੂਆਂ ਨਾਲ ਰੱਬ ਨਹੀਂ ਮਿਲਣਾ। ਆਪਣਾ ਮਨ ਗੁਰੂ ਦੇ ਅੱਗੇ ਵੇਚ ਕੇ, ਮਨ ਵੇਚੈ ਸਤਿਗੁਰ ਕੇ ਪਾਸ।
ਤੇ ਸੇਵਕ ਕੇ ਕਾਰਜ ਰਾਸ। ਕਾਰਜ ਭਲਾ ਕਿਹੜੇ? ਦੁਨਿਆਵੀ ਕਾਰਜ ਤੇ ਹਿੰਮਤ ਕਰੇਗਾ, ਗੁਰੂ ਅੱਗੇ ਅਰਦਾਸ ਕਰਕੇ ਪੂਰੇ ਕਰ ਹੀ ਲਏਗਾ, ਪਰ ਆਹ ਵਾਲਾ ਕਾਰਜ ਜਿਹੜਾ ਨਾ, ਗੁਰੂ ਨੂੰ ਮਿੱਤਰ ਬਣਾਉਣਾ, ਗੁਰੂ ਨੂੰ ਮਿਲ ਜਾਣਾ, ਇਹ ਬੜਾ ਔਖਾ ਜੀ। ਤੇ ਜੇ ਆਪਣਾ ਮਨ ਗੁਰੂ ਦੇ ਅੱਗੇ ਵੇਚ ਦੇ, ਢੇਰੀ ਕਰ ਦੇ, ਤਾਂ ਫਿਰ ਤੇਰਾ ਕਾਰਜ ਜਿਹੜਾ ਨਾ ਗੁਰੂ ਨੂੰ ਮਿਲਣ ਦਾ, ਇਹ ਰਾਸ ਆਸ਼ਿਕ ਦਾ ਹੈ। ਦੁਨਿਆਵੀ ਕਾਰਜ ਤੇ ਗੁਰੂ ਅੱਗੇ ਅਰਦਾਸ ਕਰਦੇ ਹੋ ਤੇ ਆ ਹੀ ਜਾਣਗੇ, ਪਰ ਖਿਆਲ ਕਰੀ ਗੁਰੂ ਇੱਕ ਇਹੋ ਜਿਹਾ ਰਸਤਾ ਆ ਜਿੰਦੇ ਦੱਸੇ ਉੱਤੇ ਚੱਲ ਕੇ, ਮਾਰਗ ਉੱਤੇ ਤੁਰਦਿਆਂ ਹੋਇਆਂ ਤੂੰ ਅਕਾਲ ਪੁਰਖ ਵਿੱਚ ਅਭੇਦ ਹੋ ਸਕਦਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਉਹ ਤੇ ਬਸੀਠ ਹੈ ਰੱਬ ਦੇ ਸਾਡੇ ਵਿਚਾਲੇ ਭੋਲਿਆ, ਜਿਹੜਾ ਸਾਨੂੰ ਭੁੱਲਿਆ ਹੋਇਆਂ ਨੂੰ ਮਿੱਤਰਤਾ ਦੇ ਰਾਹੀਂ ਉਸ ਰੱਬ ਤੱਕ ਪਹੁੰਚਾ ਸਕਦਾ ਹੈ। ਹੁਣ ਸਤਿਗੁਰੂ ਕਹਿੰਦੇ ਵੀ ਆ ਜਿੰਨੇ ਵੀ ਤੈਨੂੰ ਸਾਧਨ ਬਖਸ਼ੇ ਨੇ ਨਾ, ਇਹ ਸਾਧਨ ਤੇ ਸਿਰਫ ਇੱਕ ਮਾਇਆ ਦੀ ਖੇਡ ਆ, ਇਹਨਾਂ ਵਿੱਚ ਖਚਤ ਨਾ ਹੋ ਜਾਈ ਭਲਿਆ। ਇਹ ਜੀਵਨ ਬੜਾ ਕੀਮਤੀ ਆ, ਇਹਨੂੰ ਗੁਰੂ ਦੇ ਰਸਤੇ ਤੇ ਚੱਲਦਿਆਂ ਹੋਇਆਂ ਮਾਲਕ ਦੇ ਨਾਲ ਜੁੜਨ ਦੇ ਵਾਸਤੇ ਵਰਤ ਲਈ, ਕਿਉਂਕਿ ਹੋਰ ਕੋਈ ਸਾਧਨ ਨਹੀਂ ਜਿੰਦੇ ਨਾਲ ਤੂੰ ਉਸ ਮਾਲਕ ਨੂੰ ਮਿਲ ਸਕੇ। ਹਾਂ ਹਾਂ ਕਰਤ ਬਿਹਾਨੀ ਅਵਤੈ, ਤਾਂ ਮੈਂ ਸੰਤੋਖ ਨਾ ਪਾਇਆ। ਆ ਜਿਹੜੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਨਾ ਮਾਇਆ ਦੀਆਂ, ਆ ਖੇਡਾਂ, ਆ ਜਿੰਨਾ ਵੀ ਤੂੰ ਕੁਝ ਇਕੱਠਾ ਕੀਤਾ, ਹਾ ਹਾ ਕਰਤ ਬਿਹਾਨੀ ਅਵਦੈ, ਇਹ ਇਕੱਠਾ ਕਰਦਿਆਂ ਹੀ, ਹਾ ਹਾ ਕਰਦਿਆਂ ਹੋਇਆਂ ਵੀ ਹਾਏ ਹਾਏ ਕਰਦਿਆਂ ਹੋਇਆਂ ਹੀ ਸਾਰੀ ਅਵਦੈ, ਭਾਵ ਤੇਰੀ ਉਮਰ ਬਤੀਤ ਹੋ ਗਈ ਆ, ਇਹ ਸਾਰੀ ਉਮਰ ਤੇਰੀ ਲੰਘ ਰਹੀ ਆ। ਪਰ ਇੱਕ ਖਿਆਲ ਕਰਦੇ ਹੀ, ਇਹ ਵਸਤੂਆਂ ਇਕੱਠੀਆਂ ਕਰਦਿਆਂ ਹੋਇਆਂ ਜ਼ਿੰਦਗੀ ਵਿੱਚ ਕਦੇ ਸੰਤੋਖ ਨਹੀਂ ਆਏਗਾ। ਭਲਾ ਕਦੇ ਅੱਗ ਨੂੰ ਬੁਝਾਉਣਾ ਹੋਏ, ਉਹਦੇ ਵਿੱਚ ਲੱਕੜਾਂ ਸੁੱਟੋ ਤੇ ਗੱਲ ਨਹੀਂ ਨਾ ਬਣਨੀ, ਉਹ ਤੇ ਸਗੋਂ ਹੋਰ ਬਲਣੀ ਆ। ਆ ਜਿਹੜੀਆਂ ਵਸਤੂਆਂ ਨੇ ਇਸ ਅੱਗ ਨਾਲ ਹੋਰ ਬਲਦੀਆਂ ਨੇ, ਅਗਨੀ ਹੋਰ ਪ੍ਰਬਲ ਹੁੰਦੀ ਹੈ। ਜਿਸ ਅਗਨੀ ਨੂੰ ਬੁਝਾਉਣਾ ਚਾਹੁੰਦਾ ਹੈ, ਜੇ ਸੰਤੋਖ ਧਾਰਨ ਕਰਨਾ ਚਾਹੁੰਦਾ, ਫਿਰ ਗੁਰੂ ਦੀ ਮੱਤ ਨੂੰ ਧਾਰਨ ਕਰਨਾ ਪਵੇਗਾ। ਅਸਤ ਰਥ ਅਸਵ ਪਵਨ, ਤੇਜ ਧਣੀ ਪੂਮਣ ਚਤਰੰਗਾ। ਹਾਥੀ ਘੋੜੇ ਹਵਾ ਦੇ ਵੇਗ ਨਾਲ ਚੱਲਣ ਵਾਲੇ, ਜਿਹਨੂੰ ਆਪਾਂ ਸੁਪਰਸੋਨਿਕ ਕਹਿੰਦੇ ਆ ਨਾ, ਵੀ ਹਵਾ ਤੋਂ ਵੀ ਫਾਸਟ, ਜੇ ਇਸ ਤਰੀਕੇ ਨਾਲ ਵੀ ਚੱਲਣ ਵਾਲਾ ਹੋਵੇ, ਤੇਜ ਧਨੀ, ਤੇਜ ਪਵਨ ਤੇਜ, ਇਹ ਇਕੱਠਾ ਹੀ ਆ। ਭਾਈ ਸਾਹਿਬ ਨੇ ਬੜਾ ਵਧੀਆ ਵਿਸ਼ਰਾਮ ਲਾਇਆ ਹੈ। ਵਿਸ਼ਰਾਮ ਤੇਜ ਤੇ ਲੱਗਣਾ ਵੀ ਹਵਾ ਦੀ ਗਤੀ ਨਾਲ ਚੱਲਣ ਵਾਲੇ, ਭੂਮਣ ਭੂਮੀ ਦਾ ਮਾਲਕ, ਚਤੁਰਾਂਗਾ ਰਥ ਹਸਤੀ ਘੋੜੇ ਪੈਦਲ ਚਾਰ ਚਾਰ ਸੈਨਾ ਦਾ ਮਾਲਕ ਹੋਵੇ। ਸੰਗ ਨਾ ਚਾਲਿਓ ਇਨ ਮੈਂ ਕਛੂ ਹੈ, ਊਠ ਸਿਧਾਇਓ ਨੰਗਾ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪਿਆਰਿਆ ਇੱਕ ਗੱਲ ਪੱਲੇ ਬੰਨ ਲਈ, ਵੀ ਅਖੀਰ ਵੇਲੇ ਦੋਵੇਂ ਹੱਥ ਝਾੜ ਕੇ ਇਸ ਸੰਸਾਰ ਤੋਂ ਖਾਲੀ ਚਲੇ ਜਾਣਾ ਹੈ। ਕੁਝ ਵੀ ਨਾਲ ਨਹੀਂ ਜਾਣਾ, ਇਹ ਸਾਰਾ ਕੁਝ ਇੱਥੇ ਹੀ ਧਰਿਆ ਰਹਿ ਜਾਣਾ। ਇਸ ਲਈ ਕਾਂਦੀਆਂ ਠੱਗੀਆਂ, ਕਾਂਦੀਆਂ ਧੋਖੇ, ਕਾਂਦੀ ਹਾਹਾ, ਕਾਂਦੀ ਮੈਂ, ਕਿਹੜਾ ਅਹੰਕਾਰ ਪਿਆ ਕਰਦਾ ਪਿਆਰਿਆ। ਉਸ ਮਾਲਕ ਦੇ ਪਰਉਪਕਾਰ ਚੇਤੇ ਕਰ, ਜਿਹਨੂੰ ਤੈਨੂੰ ਜੀਵਨ ਦਿੱਤਾ ਆ, ਤੇ ਜਿਨ੍ਹਾਂ ਤੇਰੀ ਪਾਲਣਾ ਕਰ ਰਹੀ ਹੈ, ਉਹਦੇ ਨਾਲ ਜੁੜਨ ਦਾ, ਉਹਦੇ ਨਾਲ ਉਹਨੂੰ ਮਿੱਤਰ ਬਣਾਉਣ ਦਾ ਯਤਨ ਕਰ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਂ ਕਹਿ ਹਰ ਹਰ ਗਾਈਐ। ਜਿਹੜੇ ਪਿਆਰੇ ਦੇ ਰੱਬ ਦੇ ਸੰਤ ਨੇ ਨਾ, ਉਹ ਕੌਣ ਨੇ? ਕੋਈ ਇਕੱਲਾ ਚਿੱਟੇ ਚੋਲੇ ਵਾਲਾ ਹੀ ਸੰਤ ਨਹੀਂ ਹੈ, ਉਹ ਪੈਂਟ ਕਮੀਜ਼ ਵਿੱਚ ਵੀ ਹੋ ਸਕਦਾ। ਭਾਵ ਗੁਰੂ ਦੇ ਰਾਹ ਚੱਲਣ ਵਾਲਾ, ਗੁਰੂ ਦੀ ਗੋਦ ਵਿੱਚ ਬੈਠਣ ਵਾਲਾ, ਜਿਹੜਾ ਗੁਰੂ ਦੀ ਕਹੀ ਹੋਈ ਗੱਲ ਨੂੰ ਜੀਵਨ ਵਿੱਚ ਧਾਰ ਕੇ ਵਿਚਰਦਾ ਹੈ, ਉਹ ਸੰਤ ਹੈ। ਹਰ ਕੇ ਸੰਤ, ਰੱਬ ਜੀ ਦੇ ਸੰਤ, ਪ੍ਰੈ ਪ੍ਰੀਤਮ ਪ੍ਰਭ ਕੇ, ਉਸ ਮਾਲਕ ਦੇ ਪਿਆਰੇ, ਉਹਦੇ ਪ੍ਰੀਤਮ, ਉਹਦੇ ਮਿੱਤਰ, ਉਹਨੂੰ ਮਿਲਣ ਦੀ ਇੱਛਾ ਜਿਨ੍ਹਾਂ ਨੇ ਆਪਣੇ ਅੰਦਰ ਧਾਰਨ ਕੀਤੀ ਹੋਈ ਆ, ਤਾਂ ਕਹਿ ਹਰ ਹਰ ਗਾਈਐ। ਉਹਨਾਂ ਦੇ ਵਿੱਚ ਨਾ ਕਦੇ ਮਾਇਆ ਦਾ ਪ੍ਰਭਾਵ ਨਹੀਂ, ਉਹ ਮਾਇਆ ਨਹੀਂ ਗਾਉਂਦੇ। ਉਹ ਕੀ ਗਾਉਂਦੇ ਨੇ? ਉਹ ਹਰ ਹਰ ਗਾਉਂਦੇ ਨੇ, ਉਹ ਰੱਬ ਰੱਬ ਗਾਉਂਦੇ ਨੇ, ਉਹ ਗੁਰੂ ਗੁਰੂ ਹੀ ਜਪਦੇ ਹਨ। ਨਾਨਕ ਇਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਹੁਣ ਇਹਦਾ ਫਾਇਦਾ ਕੀ ਹੋਏਗਾ?
ਹਾਹਾ ਕਰਨ ਵਾਲਿਆਂ ਨੂੰ ਸੰਸਕਾਰ ਤੇ ਵੀ ਲੋਕੀ ਕਹਿੰਦੇ ਵੀ ਚੰਗਾ ਹੋਇਆ, ਸਾਰੀ ਉਮਰ ਪੈਸੇ ਪਿੱਛੇ ਹੀ ਲੱਗਾ ਰਿਹਾ, ਸਾਰੀ ਉਮਰ ਲੋਕਾਂ ਨਾਲ ਧੋਖੇ ਹੀ ਕਰਦਾ ਰਿਹਾ, ਫਰੇਬ ਹੀ ਕਰਦਾ ਰਿਹਾ, ਚੰਗਾ ਹੋਇਆ। ਤੁਸੀਂ ਵੇਖ ਲਿਓ ਤਜਰਬਾ ਕਰਕੇ, ਲੋਕ ਸੰਸਕਾਰ ਤੇ ਵੀ ਗੱਲਾਂ ਕਰ ਜਾਂਦੇ। ਜਿਹੜਾ ਬੰਦਾ ਧੋਖੇਬਾਜ਼ ਹੋਵੇ, ਫਰੇਬੀ ਹੋਵੇ, ਲੋਕਾਂ ਨਾਲ ਲੜਦਾ ਹੀ ਰਿਹਾ ਹੋਵੇ, ਤੇ ਜਿਹੜਾ ਰੱਬ ਰੱਬ ਕਰਦਾ ਰਿਹਾ ਹੋਏ, ਜਿਹੜਾ ਸਾਰੀ ਮਨੁੱਖਤਾ ਨਾਲ ਪਿਆਰ ਕਰਦਾ ਰਿਹਾ ਹੋਏ, ਜਿੰਦੇ ਪਿਆਰ ਦਾ ਤਕਾਜ਼ਾ ਜਿਹੋ ਜਿਹਾ ਘਰ ਵਿੱਚ ਹੈ ਉਹੋ ਜਿਹਾ ਗਵਾਂਢੀਆਂ ਨਾਲ ਵੀ ਆ, ਜਿਹੜਾ ਸਾਰਿਆਂ ਨੂੰ ਉਸ ਮਾਲਕ ਦੀ ਜੋਤ ਸਮਝਦਾ ਹੋਵੇ, ਉਹ ਫਿਰ ਕੀ ਕਰਦਾ? ਕਹਿੰਦੇ ਉਹਨਾਂ ਦੇ ਮਨ ਵਿੱਚ ਹਰ ਹਰ ਗਾਈ ਹੈ, ਉਹ ਸਿਰਫ ਹਰੀ ਪ੍ਰਮਾਤਮਾ ਨੂੰ ਗਾਉਂਦੇ ਨੇ ਤੇ ਉਹ ਇਸ ਸੰਸਾਰ ਵਿੱਚੋਂ ਸੁਰਖਰੂ ਹੋ ਜਾਂਦੇ ਨੇ। ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।